ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਤੇਹਾ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੇ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ। ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਦੀ ਕਿਰਪਾ ਦਾ ਸਦਕਾ ਆਪਾਂ ਨੂੰ ਇਹ ਸੁਭਾਗਾ ਸਮਾਂ ਜੋ ਸਤਸੰਗ ਦੀਆਂ ਘੜੀਆਂ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਜੋ ਕਰਮਾਂ ਭਾਗਾਂ ਦੇ ਨਾਲ ਇਹ ਸਤਸੰਗ ਦੀਆਂ ਘੜੀਆਂ ਜੀਵ ਨੂੰ ਮਨੁੱਖ ਨੂੰ ਪ੍ਰਾਪਤ ਹੁੰਦੀਆਂ, ਆਪਾਂ ਨੂੰ ਉਹ ਸੁਭਾਗਾ ਸਮਾਂ ਪ੍ਰਾਪਤ ਹੋਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁੱਖ ਦੇ ਵਿੱਚ ਦਰਜ ਕੀਤੀ ਹੋਈ ਹੈ, ਬਹੁਤ ਹੀ ਅਗੰਮੀ ਇਲਾਹੀ ਬਾਣੀ ਹੈ। ਬਹੁਤ ਸਾਰੇ ਟੀਕੇ ਇਸ ਬਾਣੀ ਦੇ ਹੋ ਚੁੱਕੇ ਆ ਆਪੋ ਆਪਣੀ ਮਤ ਮੁਤਾਬਕ, ਪਰ ਇਹ ਜਪਜੀ ਸਾਹਿਬ ਜੀ ਦੀ ਬਾਣੀ ਆ ਜੋ ਚਾਹੇ ਗਾਈ ਜਾਵੇ ਤੇ ਚਾਹੇ ਸਮਝੀ ਜਾਵੇ, ਹੋਰ ਦੇ ਹੋਰ ਅਰਥ ਨਿਕਲਦੇ ਆਉਂਦੇ ਆ। ਗੱਲ ਮੁੱਕਦੀ ਕਰੀਏ ਕਿ ਜੈਸੇ ਕੇਲੇ ਕੇ ਪਾਤ में पात है, ਨਾਨਕ ਕੀ ਬਾਣੀ में ਬਾਤ ਹੈ। ਅੱਗੇ ਦੀ ਅੱਗੇ ਨਿਕਲਦੀ ਆਉਂਦੇ ਆ। ਸੋ ਆਪਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ। ਆਓ ਮਨ ਬਿਰਤੀਆਂ ਆਪਣੀਆਂ ਇਕਾਗਰ ਕਰਕੇ ਆਪਾਂ ਸਰਵਣ ਕਰੀਏ ਕਿ ਗੁਰੂ ਬਾਬਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਿੱਖਾਂ ਨੂੰ ਜੀਵਾਂ ਨੂੰ ਕੀ ਸਮਝਾ ਰਹੇ ਹਨ ਜੀ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਪਰਮਾਤਮਾ ਤੋਂ ਵਾਹਿਗੁਰੂ ਤੋਂ ਹੇ ਜੀਵ ਜਿਹੜੀ ਤੇਰੀ ਬਿੱਥ ਪਈ ਹੋਈ ਹੈ ਉਹ ਅੰਦਰਲੀ ਕਿਰਿਆ, ਉਹ ਬਾਹਰਲੀ ਕਿਰਿਆ ਨਹੀਂ ਹੈ। ਅਗਰ ਤੇਰੇ ਪ੍ਰਾਣਾਯਾਮ ਕਰਕੇ ਜਾਂ ਕਿਸੇ ਤਰੀਕੇ ਦੇ ਨਾਲ ਭੁੱਖਾ ਰਹਿ ਕੇ ਜਾਂ ਹੋਰ ਯੋਗ ਸਾਧਨਾਵਾਂ ਕਰਕੇ ਤੇਰੀ ਉਮਰ ਵੀ ਵੱਡੀ ਹੋ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਚਾਰੇ ਸਾਹਿਬਜ਼ਾਦੇ, ਉਹਨਾਂ ਦੀ ਉਮਰ ਕਿੰਨੀ ਕੁ ਸੀ, ਪਰ ਉਹ ਕਾਰਜ ਬਹੁਤ ਵੱਡੇ ਕਰ ਗਏ। ਗੱਲ ਕੀ ਹੈ, ਸਰੀਰਕ ਉਮਰ ਦੀ ਗੱਲ ਨਹੀਂ ਹੈ। ਇਸ ਉਮਰ ਦੇ ਵਿੱਚ ਕੋਈ ਕਾਰਜ ਕਰ ਜਾਣਾ, ਵੱਡਾ ਕੰਮ ਕਰ ਜਾਣਾ, ਗੱਲ ਇਹ ਹੈ। ਗੁਰੂ ਬਾਬਾ ਜੀ ਸਮਝਾ ਰਹੇ ਹਨ ਕਿ ਐ ਮੇਰੇ ਮਨਾ,
ਜਾਹੇ ਜੀਵ ਜੇ ਤੇਰੀ ਉਮਰ ਇੰਨੀ ਵੀ ਲੰਬੀ ਹੋ ਜਾਵੇ, ਚਾਰੇ ਯੁੱਗਾਂ ਜਿੰਨੀ, 4 ਯੁੱਗ ਜੋ ਮੰਨੇ ਗਏ ਆ, ਹੋਰ ਦਸੂਣੀ ਹੋਏ, 4 ਯੁੱਗਾਂ ਤੋਂ ਅੱਗੇ ਹੋਰ 10 ਗੁਣਾ, ਭਾਵ 10 ਚੌਕਾ 40 ਯੁੱਗਾਂ ਜਿੰਨੀ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀ ਐ, ਨਾਲ ਚੱਲੈ ਸਭ ਕੋਏ। ਤੇ 9 ਖੰਡ ਧਰਤੀ ਦੇ ਮੰਨੇ ਗਏ ਆ, ਭਾਵ ਕਿ ਸਾਰੀ ਧਰਤੀ ਤੇ ਤੇਰੀ ਜਾਣ ਪਛਾਣ ਹੋਵੇ, ਤੇਰਾ ਦਬ ਦਬਾ ਹੋਵੇ, ਸਾਰੇ ਤੇਰੇ ਨਾਲ ਚੱਲੈ ਸਭ ਕੋਏ। ਜਦ ਤੂੰ ਜਿੱਧਰ ਨੂੰ ਚੱਲਦਾ, ਜਿਵੇਂ ਵੱਡੇ ਲੋਕਾਂ ਨੂੰ ਵਿਦਾ ਕਰਨ ਜਾਂਦੇ ਆ 10 ਬੰਦੇ ਨਾਲ, ਇਸ ਤਰ੍ਹਾਂ ਤੇਰੇ ਨਾਲ ਲੋਕ ਉੱਠ ਕੇ ਤੁਰਦੇ ਹੋਣ, ਐਡੀ ਤੇਰੀ ਚੜ੍ਹਤ ਹੋਵੇ, ਚੜ੍ਹਾਈ ਹੋਵੇ ਦੁਨੀਆ ਦੇ ਵਿੱਚ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਇਸ ਤਰ੍ਹਾਂ ਭਾਈ ਤੂੰ ਚੰਗਾ ਦੁਨੀਆ ਦੇ ਵਿੱਚ ਨਾਮ ਵੀ ਪੈਦਾ ਕਰ ਲਵੇਂ, ਆਪਣਾ ਦਬ ਦਬਾ ਵੀ ਬਣਾ ਲਵੇਂ। ਜਸ ਕੀਰਤ ਜਗ ਲੇ, ਤੇਰੀ ਜਸ ਕੀਰਤੀ ਜਗ ਕਰਦਾ ਹੋਵੇ, ਤੇਰੀ ਬੱਲੇ ਬੱਲੇ ਸਾਰੇ ਜਗਤ ਦੇ ਲੋਕੀ ਕਰਦੇ ਹੋਣ। ਪਰ ਜੇ ਤਿਸ ਨਦਰ ਨਾ ਆਵਈ, ਹੇ ਭਾਈ, ਐ ਮਨੁੱਖ, ਹੇ ਜੀਵ, ਇਹ ਮੇਰੇ ਮਨਾ, ਜੇ ਤੂੰ ਉਹ ਪਰਮਾਤਮਾ ਵਾਹਿਗੁਰੂ ਦੀ ਨਜ਼ਰ ਦੇ ਵਿੱਚ ਨਾ ਆਇਆ ਨਾ, ਤਾਂ ਬਾਤ ਨਾ ਪੁੱਛੈ ਕਿ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਭਾਵ ਤੇਰਾ ਸਾਰਾ ਕੁਝ ਬੇਅਰਥ ਹੀ ਹੈ, ਜੇ ਤੂੰ ਪਰਮਾਤਮਾ ਵਾਹਿਗੁਰੂ ਦਾ ਵੱਲ ਨੂੰ ਚੱਲਿਆ ਨਾ, ਉਧਰਲੇ ਪਾਸੇ ਨੂੰ ਤੁਰਿਆ ਨਾ, ਉਹਦੀ ਨਜ਼ਰ ਦੇ ਵਿੱਚ ਨਹੀਂ ਆਇਆ, ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ, ਉਹ ਆਪਣੀ ਬਿੱਥ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਤਾਂ ਤੇਰਾ ਸਾਰਾ ਕੀਤਾ ਕਰਾਇਆ ਬਾਹਰਲਾ ਹੀ ਹੈ, ਤੇ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਤੇਰਾ ਕੋਈ ਪ੍ਰਵਾਨ ਨਹੀਂ ਹੋਵੇਗਾ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਤਰੇ। ਤੂੰ ਉਹ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ, ਵਾਹਿਗੁਰੂ ਦੀ ਨਿਗਾਹ ਦੇ ਵਿੱਚ ਕੀਟਾਂ ਅੰਦਰ ਕੀਟ, ਕੀੜਿਆਂ ਦੇ ਅੰਦਰ ਵੀ ਬੁਰਾ ਕੀੜਾ, ਕੀਟਾਂ ਤੋਂ ਵੀ ਨੀਚ ਕੀਟ ਕਰ ਦੋਸ਼ੀ, ਦੋਸ਼ ਧਰੇ। ਉਲਟਾ ਤੂੰ ਕੀ ਕਰੇਗਾ? ਉਲਟਾ ਇੱਥੋਂ ਦੋਸ਼ੀ ਹੋ ਕੇ ਜਾਵੇਂਗਾ, ਬੁਰੇ ਕੰਮ ਕਰਕੇ ਜਾਵੇਂਗਾ। ਜੇ ਤੂੰ ਇਹ ਆਤਮਕ ਗੱਲਾਂ ਨੂੰ ਨਾ ਸਮਝਿਆ, ਨਾ ਆਪਣੇ ਜੀਵਨ ਬਾਰੇ ਅੰਦਰ ਦੀ ਖੋਜ ਕੀਤੀ, ਤਾਂ ਬਾਹਰੋਂ ਦੋਸ਼ੀ ਹੋ ਕੇ ਜਾਏਗਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਫਿਰ ਦੋਸ਼ੀ ਨਾ ਹੋਈਏ, ਕੀ ਕਰੀਏ ਜੀ? ਮਹਾਰਾਜ ਸਮਝਾ ਰਹੇ ਹਨ ਗੁਰੂ ਬਾਬਾ ਜੀ ਕਿ ਗੁਣਾਂ ਵਾਲਾ ਬਣੋ ਭਾਈ, ਗੁਣਾਂ ਵਾਲੇ ਬਣ ਕੇ ਆਪਣੇ ਔਗਣਾਂ ਨੂੰ ਖਤਮ ਕਰਕੇ ਵਧੀਆ ਜੀਵਨ ਬਤੀਤ ਕਰੋ। ਤੇ ਗੁਣ ਕਿੱਥੋਂ ਮਿਲਦੇ ਆ ਜੀ? ਗੁਣ ਮਿਲਦੇ ਆ ਅੰਮ੍ਰਿਤ ਵੇਲੇ ਗੁਰਬਾਣੀ ਦੀ ਵਿਚਾਰ ਕਰਨ ਦੇ ਨਾਲ। ਨਾਨਕ ਨਿਰਗੁਣ ਗੁਣ ਕਰੇ। ਜਿੰਨੇ ਨਿਰਗੁਣ ਜਦੋਂ ਉਹਨਾਂ ਦੀ ਗੁਰਬਾਣੀ ਦੀ ਵਿਚਾਰ ਕਰਦੇ ਆ, ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ ਕਰਦੇ ਆ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਤਾਂ ਹੌਲੀ 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 ਮਨ ਆ ਸਾਡਾ ਗੁਣਾਂ ਵਾਲਾ ਹੁੰਦਾ ਜਾਂਦਾ। ਜਿਵੇਂ ਬੱਚਾ ਪਹਿਲਾਂ ਸਿੱਖਦਾ, ਨਵਾਂ ਹੁੰਦਾ, ਹੌਲੀ ਹੌਲੀ ਸਿੱਖਦਾ 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 ਤੇ 10 ਸਾਲਾਂ ਦੀ ਪੜ੍ਹਾਈ ਦੇ ਵਿੱਚ ਕਿੰਨੇ ਗੁਣ ਪੈਦਾ ਕਰ ਲੈਂਦਾ, ਕਿੰਨੀ ਜਾਣਕਾਰੀ ਪੈਦਾ ਕਰ ਲੈਂਦਾ। ਇਸੇ ਤਰ੍ਹਾਂ ਸਾਡਾ ਮਨ ਰੂਪੀ ਬੱਚਾ ਜਦੋਂ ਗੁਰੂ ਦੇ ਦਰਬਾਰ ਦੇ ਵਿੱਚ ਬੱਚਾ ਵਿਦਿਆਰਥੀ ਬਣ ਕੇ ਸਿੱਖਦਾ ਜਾਂਦਾ ਤਾਂ ਇਹ ਆਤਮਿਕ ਗੁਣਾਂ ਦਾ ਧਨੀ ਬਣਦਾ ਜਾਂਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇ ਜਿਨ੍ਹਾਂ ਕੋਲੇ ਗੁਣ ਹੈਗੇ ਵੀ ਆ, ਮੰਨ ਲਓ, ਆਏ ਨਹੀਂ, ਇੱਥੇ ਸਿੱਖ ਦਾ ਮਤਲਬ ਪੂਰਾ ਹੋ ਜਾਣਾ ਨਹੀਂ ਹੈ। ਸਿੱਖ ਦਾ ਮਤਲਬ ਹੈ ਸਿੱਖਦੇ ਰਹਿਣਾ, ਸਿੱਖਦੇ ਰਹਿਣਾ। ਜਦੋਂ ਪੂਰਾ ਹੋ ਗਿਆ ਨਾ, ਜਦੋਂ ਆਏ ਹੋ ਗਿਆ ਵੀ ਮੈਨੂੰ ਤਾਂ ਬਹੁਤ ਕੁਝ ਪਤਾ ਲੱਗ ਗਿਆ, ਤੇ ਸਮਝ ਲਓ ਢੱਕਣ ਲੱਗ ਗਿਆ। ਨਹੀਂ, ਉਮਰ ਜਿੰਨੀ ਮਰਜ਼ੀ ਹੋ ਜੇ, ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਕਈ ਵਾਰੀ ਆਪਾਂ ਉਮਰ ਸਿਆਣੀ ਆ, ਬੱਚੇ ਤੋਂ ਵੀ ਕੋਈ ਗੁਣ ਸਿੱਖਿਆ ਜਾ ਸਕਦਾ, ਕੋਈ ਨੁਕਤਾ ਸਿੱਖਿਆ ਜਾ ਸਕਦਾ। ਸੋ ਗੁਣਾਂ ਦਾ ਅਸੀਂ ਆਪਣੇ ਅੰਦਰ ਖਜ਼ਾਨਾ ਪੈਦਾ ਕਰਨਾ, ਜਿਹੜਾ ਇੱਥੇ ਬੈਠ ਕੇ ਟਿਕ ਕੇ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਉਹ ਗੁਣਾਂ ਵਾਲਾ ਹੋ ਜਾਂਦਾ ਭਾਈ। ਤੇਹਾ ਕੋਈ ਨਾ ਸੁਝੈ, ਜੇ ਤਿਸ ਗੁਣ ਕੋਏ ਕਰੇ।
ਐਸੀ ਕੋਈ ਨਹੀਂ ਭਾਈ, ਹੋਰ ਕਿਤੋਂ ਨਹੀਂ ਸੋਝੀ ਇਹ ਪ੍ਰਾਪਤ ਹੁੰਦੀ ਕਿ ਉਹ ਪ੍ਰਮਾਤਮਾ ਨੂੰ ਕੋਈ ਗੁਣਾ ਵਾਲਾ ਕਰ ਦੇਵੇ, ਉਹ ਤੋਂ ਹੀ ਸਾਰੇ ਗੁਣ ਪ੍ਰਾਪਤ ਹੋਣੇ ਆ। ਭਾਵ ਕਿ ਪ੍ਰਮਾਤਮਾ ਦੇਖੋ ਗੁਣਾਂ ਦਾ ਖਜ਼ਾਨਾ, ਸਾਡਾ ਡਾਇਰੈਕਟ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੈ। ਅਸੀਂ ਗੁਰੂ ਦੇ ਰਾਹੀਂ ਪ੍ਰਮਾਤਮਾ ਤੋਂ ਇਹ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰਨਾ। ਉਹ ਕੋਈ ਐਸਾ ਜੀਵ ਨਹੀਂ ਹੈ ਕਿ ਉਹ ਪ੍ਰਮਾਤਮਾ ਨੂੰ ਕੋਈ ਗੁਣਾ ਵਾਲਾ ਕਰ ਦੇਵੇ, ਕੋਈ ਉਹਦੇ ਬਰਾਬਰ ਹੋ ਜਾਵੇ। ਨਹੀਂ ਭਾਈ, ਅਸੀਂ ਵਿਦਿਆਰਥੀ ਬਣ ਕੇ, ਨੀਵੇਂ ਬਣ ਕੇ ਉਹ ਵਾਹਿਗੁਰੂ ਦੇ ਗੁਣਾਂ ਦੀ ਆਪਣੇ ਅੰਦਰ ਸਿੱਖਿਆ ਲੈਣੀ ਆ ਗੁਰੂ ਦੇ ਰਾਹੀਂ, ਗੁਰਬਾਣੀ ਦੇ ਰਾਹੀਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਾਹੀਂ ਭਾਈ। ਤੇ ਹੁਣ ਇੱਥੇ ਤੱਕ ਜਦੋਂ ਸਿੱਖਿਆ ਲੈਣੀ ਸ਼ੁਰੂ ਕਰਨੀ ਹੈ, ਹੁਣ ਸ਼ੁਰੂ 'ਚ ਆ ਸੁਣਨਾ। ਤੁਸੀਂ ਸੁਣਦੇ ਕੀ ਹੋ, ਉਹੋ ਜਿਹਾ ਤੁਹਾਡਾ ਮਨ ਬਣਦਾ ਜਾਊਗਾ। ਸ਼ੁਰੂਆਤ ਸੁਣਨ ਤੋਂ ਹੁੰਦੀ ਹੈ, ਕਿਉਂਕਿ ਜੇ ਬੁਰਾ ਸੁਣਦੇ ਜਾਵਾਂਗੇ ਤਾਂ ਸਾਡਾ ਮਨ ਬੁਰਾ ਬਣਦਾ ਜਾਵੇਗਾ। ਚੰਗਾ ਸੁਣਦੇ ਜਾਵਾਂਗੇ ਤਾਂ ਚੰਗਾ ਬਣਦਾ ਜਾਵੇਗਾ। ਹੁਣ ਸੁਣਨਾ ਜ਼ਰੂਰੀ ਹੈ, ਬਹੁਤ ਜ਼ਰੂਰੀ। ਪਹਿਲੀ ਪੌੜੀ ਚੜ੍ਹਨ ਲੱਗੇ ਹਾਂ ਹੁਣ ਆਪਾਂ ਸੁਰਤ ਦੀ। ਸੁਣਨਾ ਕੀ ਹੈ? ਸਭ ਤੋਂ ਉੱਚਾ ਕੀ ਹੈ ਮੰਨਿਆ ਗਿਆ? ਨਾਮ। ਨਾਮ ਕਿੱਥੋਂ ਪ੍ਰਾਪਤ ਹੁੰਦਾ? ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਗੁਰਬਾਣੀ ਹੈ ਜਿਹੜੀ, ਇਹ ਨਾਮ ਦੇ ਨਾਲ ਭਰੀ ਪਈ ਹੈ। ਆਤਮਿਕ ਗਿਆਨ ਪ੍ਰਾਪਤ ਹੁੰਦਾ ਇਸ ਬਾਣੀ ਦੇ ਨਾਲ। ਹੁਣ ਅਸੀਂ ਇਹ ਗੁਰਬਾਣੀ ਦੀ ਵਿਚਾਰ ਨੂੰ ਜੋ ਗੁਰੂ ਬਾਬਾ ਜੀ ਸਮਝਾ ਰਹੇ ਆ, ਬੜੇ ਹੀ ਧਿਆਨ ਦੇ ਨਾਲ, ਬੜੀ ਹੀ ਸ਼ਰਧਾ ਦੇ ਨਾਲ ਸੁਣਨਾ, ਤੇ ਸੁਣ ਕੇ ਅਗਲੀ ਪੌੜੀ, ਫਿਰ ਅਗਲਾ ਸਟੈਪ ਕੀ ਹੈ? ਮੰਨਣਾ। ਸੁਣਿਆ ਤੇ ਮੰਨਿਆ ਦੀਆਂ ਹੁਣ ਪੌੜੀਆਂ ਜਿਹੜੀਆਂ ਇਹ ਸ਼ੁਰੂ ਹੋ ਰਹੀਆਂ ਹਨ। ਸੁਣ ਕੇ ਕੀ ਪ੍ਰਾਪਤੀ ਹੋ ਸਕਦੀ ਹੈ? ਸੁਣਿਆ ਸਿੱਧ ਪੀਰ ਸੁਰਨਾਥ। ਸੁਣਨ ਦੇ ਨਾਲ, ਨਾਮ ਸੁਣਨ ਦੇ ਨਾਲ, ਗਿਆਨ ਸੁਣਨ ਦੇ ਨਾਲ, ਕਿਉਂਕਿ ਸੁਣਨ ਦਾ ਹੀ ਵਿਸ਼ਾ ਨਾ। ਜਦੋਂ ਕਿਤੇ ਆਪਾਂ ਬਾਹਰੋਂ ਵੀ ਸਿੱਖਿਆ, ਆਪਾਂ ਉਦਾਹਰਨ ਲੈ ਲਈਏ, ਜਦੋਂ ਬੱਚਾ ਮੰਨ ਲਓ ਗਿਆਨ ਲੈਣ ਜਾਂਦਾ ਸਕੂਲਾਂ ਕਾਲਜਾਂ ਦੇ ਵਿੱਚ, ਤਾਂ ਉਹਨੂੰ ਸੁਣਨਾ ਜ਼ਰੂਰੀ ਹੈ, ਲੈਕਚਰ ਸੁਣਨਾ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਇਹ ਹੈ। ਇਸੇ ਤਰ੍ਹਾਂ ਸਾਡੇ ਮਨ ਰੂਪੀ ਬੱਚੇ ਨੇ ਜਦੋਂ ਇਹ ਅੰਦਰਲੀ ਸਿੱਖਿਆ ਲੈਣੀ ਹੈ, ਉਮਰ ਭਾਵੇਂ ਜੋ ਮਰਜ਼ੀ ਹੋਵੇ, ਗੱਲ ਆ ਮਨ ਦੀ। ਜਦੋਂ ਮਨ ਨੇ ਸਿੱਖਿਆ ਲੈਣੀ ਸ਼ੁਰੂ ਕਰਨੀ ਹੈ ਤਾਂ ਆਤਮਿਕ ਗਿਆਨ ਸੁਣਨ ਦੇ ਨਾਲ ਕੀ ਹੋਏਗਾ? ਇਹਦੀ ਸੋਝੀ ਹੋਵੇਗੀ, ਪ੍ਰਾਪਤੀ ਹੋ ਜਾਵੇਗੀ। ਭਾਵ ਕਿ ਕਪਾਟ ਖੁੱਲ੍ਹ ਜਾਣਗੇ, ਜਿਹੜੇ ਬੰਦ ਦਰਵਾਜ਼ੇ ਆ ਨਾ ਸਾਡੇ, ਜਿਹੜੀ ਕੂੜ ਦੀ ਪਾਲ ਆ ਉਹ ਟੁੱਟ ਜਾਵੇਗੀ ਸੁਣਨ ਦੇ ਨਾਲ। ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਦੇ ਨਾਲ ਸਿੱਧੀਆਂ, ਸਿੱਧਾ ਰਸਤਾ ਕੀ ਹੈ? ਤਾਕਤਾਂ, ਸਿੱਧ ਕੀ ਹੁੰਦੇ ਆ, ਪੀਰ ਕੀ ਹੁੰਦੇ ਆ, ਸੁਰ ਦੇਵਤੇ ਕੀ ਹੁੰਦੇ ਆ, ਨਾਥ ਦਾ ਅਸਲੀ ਅਰਥ ਕੀ ਹੈ, ਇਹ ਸਾਰਾ ਕੁਝ, ਨਾਥ ਕੀ ਹੁੰਦੇ ਆ, ਸੁਰ, ਨਾਥ, ਪੀਰ, ਸਾਰਾ ਗਿਆਨ ਇਹ ਸੁਣਨ ਦੇ ਨਾਲ ਹੁੰਦਾ ਭਾਈ। ਸੁਣਿਆ ਧਰਤ ਤਬਲ ਆਕਾਸ਼। ਸੁਣਨ ਦੇ ਨਾਲ ਹੀ ਇਹ ਧਰਤੀ ਬਾਰੇ, ਧਵਲ ਵਿਚਾਲਾ ਆਕਾਸ਼, ਇਹ ਧਰਤੀ, ਆਕਾਸ਼ ਤੇ ਇਹਦੇ ਵਿਚਾਲਾ ਪਾਸਾ, ਸਾਰਾ ਇਹ ਤਿੰਨ, ਇਸ ਤਰ੍ਹਾਂ ਸਾਰਾ ਇਹ ਗਿਆਨ ਸੁਣਨ ਦੇ ਨਾਲ ਹੀ ਪ੍ਰਾਪਤ ਹੁੰਦਾ। ਸੁਣਿਆ ਦੀਪ ਲੋ ਪਤਾਲ। ਸੁਣਨ ਦੇ ਨਾਲ ਹੀ ਦੀਪਾਂ ਬਾਰੇ, ਲੋਹਾਂ ਬਾਰੇ, ਪਤਾਲਾਂ ਬਾਰੇ ਵੱਧ ਤੋਂ ਵੱਧ ਗਿਆਨ। ਸਭ ਤੋਂ ਵਧੀਆ ਤਰੀਕਾ ਜੋ ਗੁਰੂ ਨਾਨਕ ਬਾਬਾ ਜੀ ਨੇ ਆਪਾਂ ਨੂੰ ਸਮਝਾਇਆ, ਆਪਾਂ ਕਰਮਾਂ ਵਾਲੇ ਆ, ਭਾਗਾਂ ਵਾਲੇ ਆ ਭਾਈ, ਜੇ ਆਈ ਸਮਝਾਇਆ ਕਿ ਇੱਕ ਜਾਣਾ ਭਾਈ ਵਿਚਾਰ ਕਰੋ, ਬਾਕੀ ਸਾਰੇ ਜਾਣੇ ਬੈਠ ਕੇ ਆਪਾਂ ਇਕੱਠੇ ਹੋ ਕੇ ਸਰਵਣ ਕਰੀਏ, ਇੱਕ ਟੋਲਾ ਬਣਾ ਕੇ। ਜਿਸ ਤਰ੍ਹਾਂ ਇਹ ਆਪਾਂ ਬੈਠੇ ਆ ਸਾਰੇ, ਭਾਵੇਂ ਥੋੜ੍ਹੀ ਸੰਗਤ ਆ, ਪਰ ਇਹ ਇਸੇ ਤਰ੍ਹਾਂ ਹੀ ਗੱਲ ਬਣਦੀ ਹੈ। ਸੁਣਨ ਦੇ ਨਾਲ ਹੀ ਸਾਰਾ ਗਿਆਨ ਪ੍ਰਾਪਤ ਹੁੰਦਾ। ਸੁਣਿਆ ਦੀਪ ਲੋ ਪਤਾਲ, ਸਾਰੇ ਦੀਪਾਂ ਦਾ, ਲੋਹਾਂ ਦਾ, ਪਤਾਲਾਂ ਦਾ ਪਤਾ ਲੱਗਦਾ। ਤੇ ਸੁਣਿਆ ਪੋ ਨਾ ਸਕੈ ਕਾਲ। ਤੇ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ, ਆਤਮਿਕ ਗਿਆਨ ਸੁਣਨ ਦੇ ਨਾਲ ਕਾਲ ਪੋ ਹੀ ਨਹੀਂ ਸਕਦਾ। ਹੁਣ ਇੱਕ ਕਾਲ ਆ ਜਿਹਨੇ ਸਰੀਰ ਨੂੰ ਲੈ ਕੇ ਜਾਣਾ ਭਾਈ, ਉਹਦੀ ਪਰਮਾਤਮਾ ਦੀ ਰਜ਼ਾ, ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ। ਜਿੰਨੀ ਆਜੂ ਹੈ ਜਾਂ ਕੋਈ ਕਾਰਨ ਬਣਨਾ, ਸਰੀਰਕ ਮੌਤ, ਉਹ ਤਾਂ ਇੱਕ ਦਿਨ ਜਾਣਾ ਹੀ ਜਾਣਾ ਸਰੀਰ, ਚਾਹੇ ਗੁਰਮੁਖ ਆ ਤੇ ਚਾਹੇ ਮਨਮੁਖ ਆ। ਹੁਣ ਇੱਥੇ ਗੱਲ ਆ ਕਾਲ ਦੀ, ਅੰਦਰ ਦੀ। ਅੰਦਰ ਸਾਡੀ ਜ਼ਮੀਰ ਦੀ ਮੌਤ ਕਰਾ ਦਿੰਦਾ ਕਾਲ, ਜਿਹੜੀ ਆਤਮਿਕ ਮੌਤ ਜਿਹਨੂੰ ਕਹਿ ਲਈਏ,
ਉਹ ਨਹੀਂ ਹੁੰਦੀ। ਨਾਮ ਸੁਣਨ ਦੇ ਨਾਲ ਮਨੁੱਖ ਨੂੰ ਪਤਾ ਲੱਗ ਜਾਂਦਾ ਕਿ ਉਹ ਪ੍ਰਮਾਤਮਾ ਨੇ, ਵਾਹਿਗੁਰੂ ਨੇ ਮੈਨੂੰ ਧਰਤੀ ਤੇ ਕਿਸੇ ਮਕਸਦ ਦੇ ਨਾਲ ਭੇਜਿਆ। ਮੈਂ ਕੋਈ ਨਾ ਕੋਈ, ਮੈਂ ਬੜਾ ਪਿਆਰਾ ਉਹਦਾ, ਪ੍ਰਮਾਤਮਾ ਦਾ, ਪ੍ਰਭੂ ਦਾ, ਵਾਹਿਗੁਰੂ ਦਾ। ਇਸ ਤਰ੍ਹਾਂ ਦੇ ਅੰਦਰ ਜਿਹੜੇ ਆ ਭਾਵ ਪੈਦਾ ਹੋ ਜਾਂਦੇ ਆ, ਪ੍ਰੇਮ ਬਣ ਜਾਂਦਾ, ਪਿਆਰ ਬਣ ਜਾਂਦਾ। ਫਿਰ ਉਹ ਚੰਗੇ ਚੰਗੇ ਕੰਮ ਕਰਦਾ, ਫਿਰ ਉਹ ਆਪਣੀ ਜ਼ਮੀਰ ਦੀ ਮੌਤ ਨਹੀਂ ਹੋਣ ਦਿੰਦਾ ਮਾਇਆ ਖਾਤਰ ਜਾਂ ਦੁਨਿਆਵੀ ਪਦਾਰਥਾਂ ਦੇ ਖਾਤਰ। ਉਹ ਸੱਚੇ ਪਰਮਾਤਮਾ ਨਾਲ ਜੁੜ ਜਾਂਦਾ। ਉਹਦੀ ਵਿਕਾਰਾਂ ਵਾਲੇ ਪਾਸਿਓਂ ਮੌਤ ਨਹੀਂ ਹੁੰਦੀ, ਉਹਦੀ ਔਗਣਾਂ ਵਾਲੇ ਪਾਸਿਓਂ ਮੌਤ ਨਹੀਂ ਹੁੰਦੀ। ਉਹ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਜੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ ਕਿ ਇਸ ਤਰ੍ਹਾਂ ਉਹ ਜਦੋਂ ਉੱਚੀ ਅਵਸਥਾ ਦੇ ਵਿੱਚ ਹੋ ਜਾਂਦਾ, ਜਦੋਂ ਆਤਮਾ ਉਹਦੀ ਆਪਣੇ ਅੰਦਰ ਨੂੰ ਸਮਝ ਲੈਂਦਾ, ਆਪਣੀ ਜ਼ਮੀਰ ਨੂੰ ਸਮਝ ਲੈਂਦਾ, ਆਪਣੇ ਅੰਦਰ ਦੇ ਬੋਲਾਂ ਨੂੰ ਸਮਝ ਲੈਂਦਾ, ਉਹ ਪ੍ਰਮਾਤਮਾ ਨੂੰ ਸਮਝ ਲੈਂਦਾ ਕਿ ਮੈਂ ਬੜਾ, ਇੱਕ ਇੱਕ ਸਾਹ ਬੜਾ ਅਹਿਮ ਆ। ਉਹ ਪ੍ਰਮਾਤਮਾ ਵਾਹਿਗੁਰੂ ਨੇ ਇੱਕ ਇੱਕ ਦਿਨ ਮੈਨੂੰ ਬੜਾ 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 ਵੱਡਾ ਕੀਮਤੀ ਦਿਨ ਦਿੱਤਾ, ਮੈਂ ਇਹਨੂੰ ਅਜਾਈਂ ਨਾ ਗਵਾਵਾਂ। ਤੇ ਫਿਰ ਉਹ ਸਵੇਰੇ ਤੋਂ ਹੀ ਜਦੋਂ ਜਿਹੜੇ ਉਹਦੀਆਂ ਵਡਿਆਈਆਂ ਕਰਦੇ ਆ ਅੰਮ੍ਰਿਤ ਵੇਲੇ, ਉਹ ਭਾਈ ਫਿਰ ਖੇੜੇ ਦੇ ਵਿੱਚ ਆ ਜਾਂਦੇ ਆ। ਉਹ ਦੁਨਿਆਵੀ ਦੁੱਖਾਂ ਤਕਲੀਫਾਂ ਨੂੰ ਭੁੱਲ ਕੇ ਇਹ ਜਿਹੜਾ ਹੈ ਆਨੰਦ ਦੀ ਅਵਸਥਾ ਵੱਲ ਨੂੰ, ਉਧਰ ਨੂੰ ਹੌਲੀ ਹੌਲੀ ਤੁਰੇ ਜਾਂਦੇ ਆ। ਤੇ ਫਿਰ ਉਹ ਉਹਨਾਂ ਦੇ ਅੰਦਰ ਵਿਕਾਸ, ਜਿਹੜਾ ਖੇੜਾ, ਇੱਕ ਹੁੰਦਾ ਵਿਕਾਸ, ਇੱਕ ਹੁੰਦਾ ਵਿਗਾਸ। ਦੋ ਆ ਲਫ਼ਜ਼ ਆਉਂਦੇ। ਵਿਕਾਸ ਹੁੰਦਾ ਬਾਹਰਲਾ ਸਰੀਰਕ, ਜਿਵੇਂ ਦੁਨੀਆ ਦਾ ਹੋ ਰਿਹਾ, ਦੁਨੀਆ ਦਾ ਵਿਕਾਸ ਹੋ ਰਿਹਾ ਦਿਨ ਬ ਦਿਨ, ਦਿਨ ਬ ਦਿਨ, ਦਿਨ ਬ ਦਿਨ। ਗਿਆਨ ਵੀ ਇਹ ਵਧੀ ਜਾ ਰਿਹਾ, ਸਾਰਾ ਕੁਝ ਇਹ ਵਧੀਆ ਹੀ ਜਾਣਾ, ਵਿਕਾਸ ਹੋਈ ਜਾਣਾ। ਅੱਜ ਤੋਂ 20 ਸਾਲ ਪਹਿਲਾਂ ਕਿੱਥੇ ਸੀ, ਅੱਜ ਕਿੱਥੇ ਆ। ਤੇ ਆਉਣ ਵਾਲਾ ਸਮਾਂ ਤਾਂ ਬੜਾ ਤੇਜ਼ੀ ਦੇ ਨਾਲ ਵੱਧ ਰਿਹਾ, ਬੜੀ ਤੇਜ਼ੀ ਨਾਲ ਬਾਹਰਲਾ ਵਿਕਾਸ ਹੋਣਾ, ਸਾਰੇ ਉਥਲ ਪੁਥਲ ਪੈਦਾ ਹੋ ਜਾਣੀ ਆ। ਆਉਣ ਵਾਲੇ ਸਮਾਂ ਬੜਾ ਭਿਆਨਕ ਆ ਰਿਹਾ। ਸੋ ਵਾਹਿਗੁਰੂ ਕਿਰਪਾ ਕਰਨ। ਇਹ ਬਾਹਰਲਾ ਵਿਕਾਸ ਆ ਜਿਹੜਾ, ਉਹ ਤਾਂ ਚਲੋ ਮੰਨ ਲਓ ਹੋ ਜਾਂਦਾ, ਪਰ ਇਹਦੇ ਨਾਲ ਅੰਦਰਲਾ ਵਿਕਾਸ ਨਾ ਰੁਕ ਜਾਵੇ। ਗੱਗੇ ਵਾਲਾ ਖੇੜਾ, ਭਾਵ ਕਿ ਅਸੀਂ ਆਪਣੀ ਹੋਂਦ ਨਾ ਭੁੱਲ ਜਾਈਏ ਕਿ ਅਸੀਂ ਇਨਸਾਨ ਆ। ਸਾਰੇ ਇਨਸਾਨਾਂ ਨਾਲ ਪਿਆਰ ਕਰਨਾ, ਅਸੀਂ ਇੱਕ ਦੂਜੇ ਨੂੰ ਮਾਰਨ ਵਾਸਤੇ ਨਹੀਂ ਆਏ। ਕੋਈ ਐਸਾ ਵਾਇਰਸ ਜਾਂ ਕੋਈ ਐਸੀ ਚੀਜ਼ ਨਾ ਛੱਡੀਏ ਕਿ ਜਿਹਦੇ ਨਾਲ ਸਮਾਜ ਦਾ, ਦੁਨੀਆ ਦਾ ਜਿਹੜਾ ਵਿਨਾਸ਼ ਹੋਵੇ। ਨਹੀਂ, ਵਿਕਾਸ ਦੇ ਨਾਲ ਇੱਥੇ ਜਿੰਨਾ ਕੁ ਸਮਾਂ ਦਿੱਤਾ, ਖੰਡਾਂ ਬ੍ਰਹਿਮੰਡਾਂ ਦੇ ਮੁਕਾਬਲੇ 'ਚ ਜੇ ਜੀਵ ਜਾਣੇ, ਮਨੁੱਖ ਜਾਣੇ, ਤਾਂ ਬਹੁਤ ਥੋੜ੍ਹਾ ਸਮਾਂ। ਇਸ ਸਮੇਂ ਦੇ ਵਿੱਚ ਵੀ ਜਿਹੜਾ ਹੈ ਬੈਰ ਵਿਰੋਧ ਦੇ ਵਿੱਚ, ਦੇਸ਼ਾਂ ਦੀਆਂ ਆਪ ਦੀਆਂ ਦੁਸ਼ਮਣੀਆਂ ਦੇ ਵਿੱਚ ਜਿਹੜਾ ਹੈ ਲੋਕ ਫਸ ਕੇ ਚਲੇ ਜਾਂਦੇ ਆ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਨਹੀਂ ਭਾਈ, ਜਿਹੜੇ ਨਾਮ ਨੂੰ ਸੁਣ ਲੈਂਦੇ ਆ, ਜਿਹੜੇ ਆਤਮਿਕ ਗਿਆਨੀ ਹੋ ਜਾਂਦੇ ਆ, ਜਿਨ੍ਹਾਂ ਨੂੰ ਆਪਣੀ ਆਪ ਦੀ ਅਹਿਮੀਅਤ ਦਾ, ਆਪਣੇ ਆਪ ਦੇ ਮੁੱਲ ਦਾ ਪਤਾ ਲੱਗ ਜਾਂਦਾ ਕਿ ਮੈਂ ਵੀ ਇਹ ਧਰਤੀ ਤੇ ਆਇਆ ਹੋਇਆ, ਉਹ ਵਿਕਾਸ 'ਚ ਰਹਿੰਦੇ ਆ, ਉਹ ਖੇੜੇ ਦੇ ਵਿੱਚ ਰਹਿੰਦੇ ਆ, ਉਹ ਭਗਤ ਬਣ ਜਾਂਦੇ ਆ। ਉਹਨਾਂ ਦੀ ਭੈ ਜਿਹੜੀ ਆ, ਭੈ ਦਾ ਅਰਥ ਆਪਾਂ ਡਰ ਦੀ ਗਤੀ ਹੋ ਜਾਂਦੀ ਹੈ, ਭਾਵ ਕਿ ਡਰ ਡੁੱਕਰ ਜੇ ਉਹਨਾਂ ਦੇ ਛੋਟੇ ਮੋਟੇ ਆ ਜਿਹੜੇ, ਉਹ ਚੱਕੇ ਜਾਂਦੇ ਆ। ਸੁਣਿਆ ਦੁਖ ਪਾਪ ਕਾ ਨਾਸ। ਇਹ ਨਾਮ ਸੁਣਨ ਦੇ ਨਾਲ, ਆਤਮਿਕ ਗਿਆਨ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ। ਕਿਹੜੇ ਦੁੱਖ? ਜਿਹੜੇ ਆਤਮਿਕ ਲੱਗੇ ਹੋਏ ਆ ਸਾਨੂੰ ਅੰਦਰ ਨੂੰ, ਅੰਦਰ ਦੀਆਂ ਬਿਮਾਰੀਆਂ, ਮਾਨਸਿਕ ਬਿਮਾਰੀਆਂ, ਮਾਨਸਿਕ ਜੰਜਾਲ ਪਏ ਹੋਏ ਆ ਜਿਹੜੇ ਸਾਨੂੰ ਅੰਦਰੋਂ, ਅਸੀਂ ਨਪੀੜੇ ਪਏ ਆ, ਅਸੀਂ ਜੂੜੇ ਪਏ ਆ, ਉਹਨਾਂ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਜੀ। ਸੁਣਿਆ ਈਸ਼ਰ ਬਰਮਾ ਇੰਦ। ਸੁਣਨ ਦੇ ਨਾਲ ਹੀ ਈਸ਼ਰ ਦਾ, ਬ੍ਰਹਮਾ ਦਾ, ਇੰਦਰ ਦਾ ਪਤਾ ਲੱਗਦਾ ਹੈ ਜੀ। ਸੁਣਿਆ ਮੁਖ ਸਲਾਹਣ ਮੰਦ। ਸੁਣਨ ਦੇ ਨਾਲ ਹੀ ਜਿਹੜਾ ਮੁਖ ਸਲਾਹਣ ਮੰਦ, ਮੰਦੇ ਮਨੁੱਖ ਚੰਗੇ ਬਣ ਜਾਂਦੇ ਹਨ। ਹੁਣ ਦੇਖੋ, ਆਪਾਂ ਔਗਣਾਂ ਤੋਂ ਸ਼ੁਰੂ ਹੋਏ ਆ, ਆਪਣੇ ਕੋਲ ਕੋਈ ਗੁਣ ਨਹੀਂ, ਆਪਾਂ ਗੁਣ ਲੈਣੇ ਆ ਗੁਰੂ ਬਾਬਾ ਜੀ ਦੀ ਬਾਣੀ ਦੇ ਰਾਹੀਂ। ਤੇ ਜਾਂ ਆਪਾਂ ਕਹਿ ਲਈਏ ਵੀ ਆਪਾਂ ਮਨਮੁਖ, ਕੁਛ ਵੀ 0 ਪੁਆਇੰਟ ਤੋਂ ਸ਼ੁਰੂ ਹੋਏ ਆ। ਮੰਦੇ ਵੀ ਚੰਗੇ ਹੋ ਜਾਂਦੇ ਆ ਨਾਮ ਸੁਣਨ ਦੇ ਨਾਲ, ਸੁਰਤ ਖੁੱਲ੍ਹ ਜਾਂਦੀ ਆ। ਆਪਣੀ ਹਉਮੈ ਜਦੋਂ ਟੁੱਟ ਗਈ ਨਾ, ਸਮਝ ਲਓ ਇਨਸਾਨ ਚੰਗਾ ਹੀ ਆ। ਬਸ ਇਸ ਤਰ੍ਹਾਂ ਹੀ ਆ ਬਈ ਜਿਵੇਂ ਸੋਨੇ ਦੀ ਮੁੰਦੀ ਆ ਜਿਹੜੀ ਨਾਲੀ ਦੇ ਵਿੱਚ ਡਿੱਗੀ ਹੋਵੇ, ਹੈ ਤਾਂ ਇਨਸਾਨ ਸੋਨੇ ਦੀ ਮੁੰਦੀ, ਪਰ ਵਿਕਾਰਾਂ ਦੀ ਨਾਲੀ ਦੇ ਵਿੱਚ ਜਿਹੜਾ ਡਿੱਗਿਆ ਹੋਇਆ, ਬਸ ਕੋਈ ਮੱਤ ਦੇ ਦੇਵੇ,
ਪਾ ਕੇ ਹੱਥ ਉਹ ਮੁੰਦੀ ਨੂੰ ਕੱਢ ਕੇ ਧੋ ਕੇ, ਮੁੰਦੀ ਤਾਂ ਫਿਰ ਵੀ ਸੋਨਾ ਤਾਂ ਸੋਨਾ ਹੀ ਆ। ਜੇ ਮਨੁੱਖ ਆਪਣੇ ਉੱਪਰ ਜਿਹੜਾ ਚੜਿਆ ਹੋਇਆ ਭਾਰ ਆ ਵਿਕਾਰਾਂ ਦਾ ਇਹ ਲਾਹ ਦੇਵੇ ਤਾਂ ਹਰ ਮਨੁੱਖ ਅੰਦਰੋਂ ਸੋਨਾ ਨਿਕਲ ਸਕਦਾ। ਭਾਈ ਸੁਣਨ ਦੇ ਨਾਲ ਇਹ ਮੰਦੇ ਜਿਹੜੇ ਮਨੁੱਖ ਆ ਜਾਂ ਮੰਦੇ ਮੁੱਖ ਆ ਉਹ ਚੰਗੇ ਹੋ ਜਾਂਦੇ ਹਨ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਨ ਦੇ ਨਾਲ ਹੀ ਜੋਗ ਕੀ ਹੁੰਦਾ? ਅਸਲ ਜੋਗ ਹੁੰਦਾ ਜੁੜਨਾ, ਦੋ ਚੀਜ਼ਾਂ ਦਾ ਜੁੜਨਾ, ਜੋ ਆਤਮਾ ਤੇ ਪਰਮਾਤਮਾ ਦਾ ਜੁੜਨਾ, ਇਹ ਅਸਲ ਜੋਗ ਆ। ਜਿਹੜੀ ਸਾਡੀ ਆਪਾਂ ਸ਼ੁਰੂਆਤ ਕਿੱਥੋਂ ਕੀਤੀ ਆ ਵੀ ਸਾਡੀ ਪਰਮਾਤਮਾ ਤੋਂ ਬਿੱਥ ਪਈ ਹੋਈ ਹੈ, ਉਹ ਦੂਰੀ ਨੂੰ ਦੂਰ ਕਰਨ ਵਾਸਤੇ ਆਪਾਂ ਆ ਸਮਾਂ ਜਿਹੜਾ ਹੈ ਇਹ ਲਾਉਂਦੇ ਆ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਕਿ ਸਾਨੂੰ ਉਹ ਸੋਝੀ ਹੋ ਜਾਵੇ, ਸਾਨੂੰ ਉਹ ਗਿਆਨ ਹੋ ਜਾਵੇ ਵੀ ਸਾਡੀ ਉਹ ਦੂਰੀ ਆ ਕਿਵੇਂ ਟੁੱਟ ਸਕਦੀ ਹੈ। ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ, ਉੱਥੋਂ ਸ਼ੁਰੂ ਹੋਏ ਸੀ ਆਪਾਂ। ਸੋ ਅੱਗੇ ਗੁਰੂ ਬਾਬਾ ਜੀ ਸਮਝਾ ਰਹੇ ਹਨ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਨ ਦੇ ਨਾਲ ਜੋਗ ਕੀ ਹੈ? ਉਹਦੀਆਂ ਜੁਗਤੀਆਂ, ਜੋਗ ਜੁੜਨਾ, ਜੁੜਨ ਦੀਆਂ ਜੁਗਤੀਆਂ, ਤਨ ਭੇਦ, ਤਨ ਦੇ ਭੇਦ, ਇਹ ਸਾਰਾ ਕੁਝ ਜਿਹੜਾ ਸੁਣਨ ਦੇ ਨਾਲ ਹੀ ਪਤਾ ਲੱਗਦਾ, ਪ੍ਰਾਪਤੀ ਹੁੰਦੀ ਹੈ। ਸੁਣਿਆ ਸਾਸਤ ਸਿਮਰਤ ਵੇਦ, ਸੁਣਨ ਦੇ ਨਾਲ ਹੀ ਸ਼ਾਸਤਰਾਂ ਦਾ, ਸਿਮਰਤੀਆਂ ਦਾ, ਵੇਦਾਂ ਦਾ ਗਿਆਨ ਹੁੰਦਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ, ਸੁਣਨ ਦੇ ਨਾਲ ਹੀ ਬੰਦਾ ਹੌਲੀ 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 ਭਗਤੀ ਦੀ ਅਵਸਥਾ ਤੱਕ ਪਹੁੰਚ ਜਾਂਦਾ ਤੇ ਸਦਾ ਅੰਦਰ ਖੇੜਾ ਬਣ ਜਾਂਦਾ, ਆਨੰਦ ਬਣ ਜਾਂਦਾ, ਟੁੱਟੀ ਹੋਈ ਤਾਰ ਜੁੜ ਜਾਂਦੀ ਹੈ ਤੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਜੀ। ਸੁਣਿਆ ਸਤ ਸੰਤੋਖ ਗਿਆਨ, ਸੁਣਨ ਦੇ ਨਾਲ ਹੀ ਸਤ ਕੀ ਹੈ? ਸਤ ਕਿਹੜੇ ਵਾਲੇ ਪਾਸਿਓਂ ਰੱਖਣਾ, ਸਤੀ ਕਿਵੇਂ ਹੋਣਾ, ਵਿਕਾਰਾਂ ਵਾਲੇ ਪਾਸਿਓਂ ਮੇਰੀ ਰੂਹ ਨੇ ਸਤੀ ਹੋਣਾ, ਇਹ ਗੱਲਾਂ ਦਾ ਸੰਤੋਖੀ ਹੋਣਾ, ਇਹ ਗਿਆਨ ਸਾਰਾ ਪ੍ਰਾਪਤ ਸੁਣਨ ਦੇ ਨਾਲ ਹੀ ਹੁੰਦਾ ਹੈ। ਸੁਣਿਆ 68 ਕਾ ਇਸ਼ਨਾਨ, ਜਦੋਂ ਮਨੁੱਖ ਆ ਨਾਮ ਨੂੰ ਸੁਣਦਾ, ਤਿੰਨ ਚੀਜ਼ਾਂ ਹੁੰਦੀਆਂ, 68 ਤੀਰਥਾਂ ਦਾ ਇਸ਼ਨਾਨ ਐਂ ਬੈਠੇ ਹੀ ਹੋ ਜਾਂਦਾ ਸੁਣਨ ਦੇ ਨਾਲ। ਸੁਣਿਆ 68 ਦਾ ਅਰਥ ਹੈ 8 ਤੇ 60, 68 ਤੀਰਥਾਂ ਦਾ ਇਸ਼ਨਾਨ ਸੁਣਨ ਦੇ ਨਾਲ ਹੁੰਦਾ। ਕਿਵੇਂ ਹੁੰਦਾ? ਜਿਵੇਂ ਆਪਾਂ ਕਹਿੰਦੇ ਹਾਂ ਗੰਗਾ ਜਮਨਾ ਸਰਸਵਤੀ, ਜਿਹੜਾ ਤ੍ਰਿਵੈਣੀ ਦਾ ਇਹ ਜਿਹੜਾ ਹੈ ਇਸ਼ਨਾਨ ਬਹੁਤ ਹਿੰਦੂ ਧਰਮ ਦੇ ਵਿੱਚ ਬਹੁਤ ਪਵਿੱਤਰ ਮੰਨਿਆ ਗਿਆ। ਗੰਗਾ ਜਮਨਾ ਸਰਸਵਤੀ ਦਾ ਜਿਹੜਾ ਹੈ ਇਸ਼ਨਾਨ ਆ ਹੋਣਾ, ਤਾਂ ਗੰਗਾ ਤੇ ਜਮਨਾ ਦਿਸਦੀ ਹੈ, ਸਰਸਵਤੀ ਉਹ ਵੀਰ ਕਹਿੰਦੇ ਆ ਕਿ ਗੁਪਤ ਵਰਤ ਰਹੀ ਹੈ। ਇਸੇ ਤਰ੍ਹਾਂ ਜਿਹੜੀ ਬਾਹਰਲੀ ਉਦਾਹਰਨ ਲੈ ਕੇ ਆਪਾਂ ਅੰਦਰਲੀ ਗੱਲ ਕਰੀਏ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਜਦੋਂ ਸਾਡੀ ਸੁਰਤ, ਸਾਡਾ ਮਨ ਹਾਜ਼ਰ ਨਾਜ਼ਰ ਹੋ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਨਾਲ ਜੁੜਦਾ, ਗੁਰਬਾਣੀ ਨਾਲ ਜੁੜਦਾ, ਗੁਰੂ ਦੇ ਗਿਆਨ ਨਾਲ ਜੁੜਦਾ, ਤਾਂ ਅੰਦਰ ਕਿਰਿਆ ਹੁੰਦੀ ਹੈ ਤੀਜੀ, ਉਹ ਗਿਆਨ ਪ੍ਰਗਟ ਹੋ ਜਾਂਦਾ, ਉਹ ਅੰਮ੍ਰਿਤ ਪ੍ਰਗਟ ਹੋ ਜਾਂਦਾ, ਉਹ ਅੰਦਰ ਚਲਿਆ ਜਾਂਦਾ। ਇਸ ਤਰ੍ਹਾਂ ਮਨੁੱਖ ਦੇ ਦੁੱਖਾਂ ਪਾਪਾਂ ਦਾ ਸਾਰਾ ਕੁਝ ਜਿਹੜਾ ਹੈ ਨਾਸ ਹੋ ਜਾਂਦਾ। ਅੰਦਰਲਾ ਜਦੋਂ ਇੱਕ ਵਾਰੀ ਇਸ਼ਨਾਨ ਹੋ ਗਿਆ, ਮਨ ਨੇ ਇਸ਼ਨਾਨ ਕਰ ਲਿਆ, ਫਿਰ ਜਿਹੜਾ ਹੈ ਹੋਰ ਕਿਸੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। ਬੈਠਿਆਂ ਹੀ ਜਦੋਂ ਮਨੁੱਖ ਦਾ ਮਨ ਟਿਕਾਓ ਦੇ ਵਿੱਚ ਆਉਂਦਾ ਨਾ, ਜਦੋਂ ਸਮਝ ਪੈਂਦੀ ਹੈ ਨਾ ਗੁਰਬਾਣੀ ਦੀ ਕਿ ਗੁਰੂ ਬਾਬਾ ਜੀ ਕੀ ਸਮਝਾ ਰਹੇ ਆ, ਤੇ ਜਦੋਂ ਐਂ ਮਨ ਇਸ ਅਵਸਥਾ ਦੇ ਵਿੱਚ ਆ ਜਾਂਦਾ ਤਾਂ ਅੰਦਰ ਇੱਕ ਝੁਣਝੁਣੀ ਪੈਦਾ ਹੋ ਜਾਂਦੀ ਹੈ। ਇਹਨਾਂ ਗੱਲਾਂ ਦੇ ਨਾਲ ਆਤਮਿਕ ਇਸ਼ਨਾਨ ਕਿਹਾ ਜਾਂਦਾ, ਜਾਂ ਆਪਾਂ ਇਸ ਤਰ੍ਹਾਂ ਸਿੱਧੇ ਸ਼ਬਦਾਂ 'ਚ ਕਹਿ ਲਈਏ ਕਿ ਗਿਆਨ ਦਾ ਇਸ਼ਨਾਨ ਹੋ ਜਾਂਦਾ, ਭਾਵ ਕਿ 68 ਤੀਰਥਾਂ ਦਾ ਇਸ਼ਨਾਨ ਸੁਣਨ ਦੇ ਨਾਲ ਹੀ ਹੋ ਜਾਂਦਾ ਹੈ। ਸੁਣਿਆ ਪੜ ਪੜ ਪਾਵਹਿ ਮਾਨ, ਨਾਮ ਸੁਣਨ ਦੇ ਨਾਲ, ਆਤਮਿਕ ਗਿਆਨ ਸੁਣਨ ਦੇ ਨਾਲ, ਆਪਣੇ ਵਾਸਤੇ ਗੁਰਬਾਣੀ ਧਿਆਨ ਦੇ ਨਾਲ ਸੁਣਨ ਦੇ ਨਾਲ, ਇਹ ਆਪਣੇ ਵਾਸਤੇ ਗੁਰੂ ਬਾਬਾ ਜੀ ਸਮਝਾ ਰਹੇ ਆ ਕਿ ਮਾਣ ਪ੍ਰਾਪਤ ਹੁੰਦਾ, ਮਨੁੱਖ ਮਾਣ ਵੱਲ ਨੂੰ ਜਾਂਦਾ, ਮਨੁੱਖ ਉਚਾਈ ਵੱਲ ਨੂੰ ਚਲਿਆ ਜਾਂਦਾ। ਸੁਣਿਆ ਲਾਗੈ ਸਹਿਜ ਧਿਆਨ, ਸੁਣਨ ਦੇ ਨਾਲ ਹੀ ਸਹਿਜ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਪ੍ਰਮਾਤਮਾ ਦੇ ਨਾਲ ਧਿਆਨ ਜੁੜਦਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗੁਰੂ ਬਾਬਾ
बाबा जी समझा रहे हैं कि हौली हौली बंदा भगत बन जाता ते भगतां दे अंदर सदा खेड़ा बनया रहिंदा, वो विगास बनया रहा, उन्होंने पता हुंदा सारा कुछ हो रहना, इस तरह ही चलता रहना, तब्दीलियां हुंदियां रहनियां, दुनिया चलती रहनी है, मैं नहीं रोक सकता, मैं नहीं कर सकता। तो ये जिहड़ा है वो समय की चाल नूं समझ के भाव के समय के मुताबिक चल पैंदे ते उन्हां दे अंदर खेड़ा बनया रहिंदा। सुनिया दुख पाप का नास, सुन दे नाल दुखां पापां दा उन्हां दा अंदरला सारा कुछ नाश हो जाता है। सुनिया सरा गुणा के गाह, सुन दे नाल ही सरा समुद्रां दा गुणा दा गाह दा सारे काहे दा पता लगता है। सुनिया शेख पीर पातशाह, सुनिया शेख की अवस्था, पीर की अवस्था ते पातशाह की अवस्था की हुंदी है, ये सुनने दे नाल ही पता लगता है जी। सुनिया अंधे पावह राह, सुनने दे नाल ही अन्नियां नूं राह प्राप्त हुंदा, टॉर्च प्राप्त हो जाती है, ज्ञान की रोशनी प्राप्त हो जाती है। जिस तरह झोने की गिल्ली बट तो दी तुरना होवे, नेरे दे विच बंदा तिलक तिलक डिगदा, जे टॉर्च होवे तो सीधा चलिया जांदा, बस ये राह सीधा प्राप्त हो जाता। अन्नियां नूं साडे वर्गियां नूं जिहड़े अंधेरे आ, अंदरों अन्ने आ, उन्हां नूं ज्ञान की रोशनी प्राप्त हो जाती है ते सही रास्ता दिस पैंदा है जी। सुनिया हाथ होवै असगाह, सुन दे नाल ये जिहड़ा समुंदर कहा जाता, भाव जल जिहड़ा तरना बहुत औखा, ये बहुत छोटा हो जाता, हथकदा हो जाता, भाव के सारी गल नूं असलीयत नूं मनुख समझ लैंदा है। नानक भगता सदा विगास, सुनिया दुख पाप का नास। ते नाम ये आत्मक ज्ञान, ये गुरबाणी, ये ज्ञान नूं सुनन दे नाल मनुख दे अंदर वो जिहड़ा टुटिया होया विगास आ, बल्ब आ, वो जग पैंदा, तारां जुड़ जांदियां ते सदा अंदर दा खेड़ा बन जांदा ते दुखां पापां दा नाश हो जांदा है जी। हुण है अगे मन्ने दियां पौड़ियां। मन्ने दियां पौड़ियां दे विच थोड़ा जिहा ध्यान देण दी गुरमुखो ये लोड़ आ कि जिहड़ी पहली पौड़ी हुण शुरू हो रही है, ये मन्ने नन्ने नूं लाम आ, इनू मन्ने बोलना, मन्ने की गत कही ना जाए। तो उदों जिहड़ियां तीन पौड़ियां अगे आउणगियां उहनूं दलामा होणगियां मन्नै, अगली थोड़ी जी अगली अवस्था बन जाती है। इत्थे पहला है ये नाम नूं सुन लिया, सुन के छड्ड नहीं देना, इनू मन्नना भी है, मन्नण ते जोर लगना। सुन तो आपां लैने आ भी मनुख नूं कोई गलत काम नहीं करना चाहिए, झूठ नहीं बोलना चाहिए, चोरी नहीं करनी चाहिए, सुन लिया सारा कुछ, पर वो गल नूं मन्नना उहदे वास्ते हुण मन्ने दी फिर की अवस्था कैसी बनती है। मन्ने की गत कही न जाए, जो ये ज्ञान नूं सुनदा, सुन के मन लैंदा, उहदी गति उहदी अवस्था तो कही नहीं जा सकती, उच्ची हो जाती है। जे को कहे पिछे पछताए, फिर दूजे होर बंदे उहदे अंदाजे लाउंदे आ, वो अंदरों उपर निकल जाता, फिर वो बारे जे कोई गल्लां कहिंदे भी आ, झूठियां निकल जांदियां, पिछों पछतावा निकलदा सारा कुछ। तो ऐसी अवस्था जिहड़ी है मन दी बन जाती है। कागद कलम ना लिखण हार, मन्ने का बह करन विचार। वो परमात्मा वाहिगुरू दे नाल जुड़ियां होइयां रूहां दी अवस्था, जां कह लीए वो परमात्मा की अवस्था, ये कागदा कलमां च लिखण वाली गल नहीं हुंदी, ये लिखण दे विच नहीं आ सकदी। मन्ने का बह करन विचार, ते मन्नण वाले दी जे विचार करके देखिए, जेड़े उहदे विचारा करदे आ तां ओह तां बहुत उच्चियां अवस्था प्राप्त कर लैंदे आ भाई। ऐसा नाम निरंजन होए, जे को मन जाणे मन कोए। ऐसा नाम मिलण वाला जिहड़ा ये गुरबाणी दे राही सानू नाम प्राप्त होना ना, ये मन ने पीना ना, ऐसा नाम निरंजन होए। परमात्मा दा नाम निरंजन आ, माया तो रहत आ। ये जिहड़ी दुनिया सारी दिखदी आ ना, ये सारा कुछ माया जो उहदे पिछे आ, बैक दे विच आ, जो निर्गुण स्वरूप आ, वो माया तो शुद्ध स्वरूप आ। वो साडे अंदरों जिहड़ा है निरंजन, अंजन माया, निरंजन परमात्मा। परमात्मा का नाम की है निरंजन, माया तो रहत। ऐसा नाम निरंजन होए, जे को मन जाने, जे कोई मन ये सुन के मन लवे,
ਜਾਣ ਲਵੇ ਮਨ ਕੋਏ, ਉਹ ਮਨ ਕੋਏ ਬਣ ਜਾਂਦਾ। ਉਹ ਮਨ ਕੋਏ ਕੋਏ ਜਿਹਨੂੰ ਆਪਾਂ ਕਹਿੰਦੇ ਆ ਹੈਨ ਬਿਰਲੇ ਨਾ ਹੀ ਕੋਏ, ਉੱਚੀ ਅਵਸਥਾ ਵਾਲਾ ਬਣ ਜਾਂਦਾ। ਉਹ ਪੰਚ ਵੱਲ ਨੂੰ ਚੱਲ ਵੜਦਾ, ਪੰਚ ਬਣਨ ਵੱਲ ਨੂੰ, ਉੱਪਰਲੀ ਅਵਸਥਾ ਵੱਲ ਨੂੰ, ਜਿਹੜਾ ਹੈ ਵੱਖਰਾ ਹੋਣ ਵੱਲ ਨੂੰ, ਉਚਾਈਆਂ ਵੱਲ ਨੂੰ ਚੱਲ ਪੈਂਦਾ ਹੈ ਜੀ। ਮੰਨੈ ਸੁਰਤ ਹੋਵੇ ਮਨ ਬੁੱਧ, ਪਰਮਾਤਮਾ ਦਾ ਨਾਮ ਸੁਣ ਕੇ ਮੰਨਣ ਦੇ ਨਾਲ ਸੁਰਤੀਆਂ ਬਿਰਤੀਆਂ ਉੱਚੀਆਂ ਹੋ ਜਾਂਦੀਆਂ। ਮਨ ਬੁੱਧ, ਮਨ ਦੇ ਵਿੱਚ ਆ ਜਿਹੜੀ ਉਹ ਵਿਚਾਰ ਚੰਗੇ ਬਣ ਲੱਗ ਜਾਂਦੇ ਆ, ਚੰਗਾ ਸ੍ਰੇਸ਼ਟ ਮਨ ਬਣ ਲੱਗ ਜਾਂਦਾ, ਪੰਚ ਬਣ ਜਾਂਦਾ, ਪੰਚ ਬਣ ਲੱਗ ਜਾਂਦਾ, ਇਹਦੀ ਘਾੜਤ ਘੜੀ ਜਾਣ ਲੱਗ ਜਾਂਦੀ ਹੈ, ਬੁੱਧੀ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਮੰਨੈ ਸਗਲ ਭਵਨ ਕੀ ਸ਼ੁੱਧ, ਤੇ ਮੰਨਣ ਵਾਲਿਆਂ ਨੂੰ ਫਿਰ ਸਾਰੇ ਭਵਨਾਂ ਦੀ ਜਿਹੜੀ ਆ ਜਦੋਂ ਆਤਮਿਕ ਗਿਆਨ ਹੋ ਜਾਂਦਾ ਨਾ, ਫਿਰ ਸਾਰੀ ਬਾਹਰਲੀ ਸੋਝੀ ਹੋ ਜਾਂਦੀ ਹੈ, ਜਦੋਂ ਪ੍ਰਕਾਸ਼ ਹੋ ਜਾਂਦਾ, ਜਦੋਂ ਗਿਆਨ ਅੰਦਰੋਂ ਜਿਹੜਾ ਹੈ ਚਮਕ ਪੈਂਦਾ। ਮੰਨੈ ਮੋਹ ਝੋਟਾ ਨਾ ਖਾਏ, ਤੇ ਜਿਹੜੇ ਮੰਨਣ ਲੱਗ ਜਾਂਦੇ ਆ ਉਹ ਫਿਰ ਬੁਰਾ ਕੰਮ ਕੋਈ ਕਰਦੇ ਨਹੀਂ, ਉਹ ਸਿੱਧੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਸਿੱਧੇ ਹੋ ਕੇ ਚੱਲ ਪੈਂਦੇ। ਜਿਹਨੂੰ ਕਹਿ ਲਈਏ ਵੀ ਬਲ ਛਲ ਜੇ ਕੱਢ ਕੇ ਸਿੱਧਾ ਚੱਲ ਪਿਆ, ਉਹ ਫਿਰ ਬੁਰਾ ਕੰਮ ਕੋਈ ਕਰਦੇ ਨਹੀਂ ਤੇ ਮੂੰਹ ਤੇ ਚੋਟਾਂ ਪੈਂਦੀਆਂ ਨਹੀਂ। ਮੰਨੈ ਜਮ ਕੈ ਸਾਥ ਨਾ ਜਾਏ, ਤੇ ਮੰਨਣ ਵਾਲੇ ਜਿਹੜੇ ਨਾਮ ਸੁਣ ਕੇ ਮੰਨਦੇ ਆ ਉਹ ਜਮਾਂ ਦਾ ਸਾਥ ਨਹੀਂ ਜਾਂਦੇ, ਭਾਵ ਕਿ ਉਹ ਮਨ ਸੋਹਣੇ ਬਣ ਜਾਂਦੇ ਆ। ਉਹ ਵਿਕਾਰਾਂ ਦੇ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਪਾਸਿਓਂ ਮੁੜੇ ਆਉਂਦੇ, ਉੱਧਰ ਨੂੰ ਨਹੀਂ ਜਾਂਦੇ। ਐਸਾ ਨਾਮ ਨਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਭਾਈ ਪ੍ਰਮਾਤਮਾ ਦਾ ਨਾਮ, ਐਸਾ ਇਹ ਆਤਮਿਕ ਗਿਆਨ ਸਾਰਿਆਂ ਵਾਸਤੇ ਐਨ ਪ੍ਰਤੱਖ ਹੈ, ਇਹਦੇ ਵਿੱਚ ਕੋਈ ਓਲੇ ਵਾਲੀ ਗੱਲ ਨਹੀਂ ਹੈ। ਜੇ ਕੋਈ ਮੰਨ ਲਵੇ ਉਹ ਭਾਈ ਸ੍ਰੇਸ਼ਟ ਮਨ ਬਣ ਸਕਦਾ ਹੈ। ਮੰਨੈ ਮਾਰਗ ਠਾਕ ਨਾ ਪਾਏ, ਤੇ ਜਿਹੜੇ ਮੰਨ ਲੈਂਦੇ ਆ ਉਹਨਾਂ ਦਾ ਜਿਹੜਾ ਰਸਤੇ ਦੇ ਵਿੱਚ ਜਿਹੜੀਆਂ ਰੁਕਾਵਟਾਂ, ਜਿਹੜਾ ਆਤਮਾ ਨੇ ਪ੍ਰਮਾਤਮਾ ਵੱਲ ਨੂੰ ਸਫ਼ਰ ਕਰਨਾ, ਉਹਦੇ ਵਿੱਚ ਜਿਹੜੀਆਂ ਰੁਕਾਵਟਾਂ ਆਉਂਦੀਆਂ ਉਹ ਰੋਕ ਨਹੀਂ ਸਕਦੀਆਂ ਉਸ ਮਨ ਨੂੰ। ਮੰਨੈ ਪਤ ਸਿਉ ਪ੍ਰਗਟ ਜਾਏ, ਤੇ ਜਿਹੜੇ ਮੰਨਣ ਵਾਲੇ ਆ ਪ੍ਰਮਾਤਮਾ ਦੇ ਨਾਮ ਨੂੰ, ਉਹ ਪਤ ਸਿਉ ਆਪਣੀ ਇੱਜ਼ਤ ਲੈ ਕੇ ਪ੍ਰਗਟ ਜਾਏ, ਉਹ ਪ੍ਰਗਟ ਹੋ ਜਾਂਦੇ ਆ, ਪ੍ਰਗਟ ਹੋ ਕੇ ਜਾਂਦੇ ਆ, ਉਹ ਵਧੀਆ ਜੀਵਨ ਜਿਉਂ ਕੇ ਜਾਂਦੇ ਆ। ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇ ਤੇ ਸੰਬੰਧ, ਜਿਹੜੇ ਨਾਮ ਨੂੰ ਮੰਨਣ ਵਾਲੇ ਆ ਉਹ ਹੋਰ ਰਸਤਿਆਂ ਤੇ ਨਹੀਂ ਚੱਲਦੇ, ਉਹ ਸਿੱਧੇ ਪ੍ਰਮਾਤਮਾ ਵਾਲੇ ਰਸਤੇ ਤੇ ਚੱਲ ਪੈਂਦੇ ਆ। ਤੇ ਨਾਮ ਸੁਣ ਕੇ ਮੰਨਣ ਵਾਲਿਆਂ ਦਾ ਸੰਬੰਧ ਆ ਜਿਹੜਾ ਹੌਲੀ ਹੌਲੀ ਧਰਮ ਦੇ ਨਾਲ ਬਣਨਾ ਸ਼ੁਰੂ ਹੋ ਜਾਂਦਾ। ਐਸਾ ਨਾਮ ਨਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਭਾਈ ਪ੍ਰਮਾਤਮਾ ਦਾ ਨਾਮ ਨਿਰੰਜਨ ਕਰ ਦਿੰਦਾ, ਬੁਰਾਈਆਂ ਖਤਮ ਕਰ ਦਿੰਦਾ, ਐਨ ਜਿਵੇਂ ਕੱਪੜਾ ਧੋਤਾ ਜਾਂਦਾ ਧੋ ਕੇ ਰੱਖ ਦਿੰਦਾ। ਐਸਾ ਭਾਈ ਗਿਆਨ ਇਹ, ਐਸਾ ਭਾਈ ਨਾਮ ਇਹ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਸੁਣ ਕੇ ਮੰਨ ਲਿਆ, ਜਿਹਨੇ ਸੁਣ ਲਿਆ ਧਿਆਨ ਦੇ ਨਾਲ ਤੇ ਧਿਆਨ ਦੇ ਨਾਲ ਮੰਨ ਲਿਆ, ਉਹਦਾ ਆਤਮਿਕ ਇਸ਼ਨਾਨ ਹੋ ਗਿਆ, ਉਹ ਪਵਿੱਤਰ ਆਤਮਾ ਬਣ ਗਿਆ ਭਾਈ। ਮੰਨੈ ਪਾਵਹਿ ਮੋਖ ਦੁਆਰ, ਮੰਨਣ ਵਾਲਿਆਂ ਨੂੰ ਹੀ ਮੁਕਤੀ ਦੇ ਦੁਆਰੇ ਦੀ ਸੋਝੀ ਹੁੰਦੀ ਹੈ। ਮੰਨੈ ਪਰਿਵਾਰ ਸੁਧਾਰ, ਤੇ ਮੰਨਣ ਵਾਲੇ ਆਪਣੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦੇ ਆ। ਹੁਣ ਗੱਲ ਇੱਥੇ ਚੱਲਦੀ ਆ ਮਨ ਦੀ। ਜਿਹੜੇ ਮਨ ਮੰਨਦੇ ਆ ਉਹਨਾਂ ਦਾ ਪਰਿਵਾਰ ਆ ਇੰਦਰੇ ਗਿਆਨ ਇੰਦਰੇ, ਉਹਨਾਂ ਦਾ ਸਾਰਾ ਪਰਿਵਾਰ, ਉਹਨਾਂ ਦਾ ਸੁਧਾਰ ਹੋ ਜਾਂਦਾ। ਜਦੋਂ ਸੁਧਾਰ ਹੋ ਗਿਆ ਫਿਰ ਦੇਖੋ ਬਾਹਰਲੀ ਵੀ ਕਿਰਿਆ ਹੁੰਦੀ ਹੈ, ਪਹਿਲਾਂ ਅੰਦਰੋਂ ਸੁਧਾਰ ਹੋ ਗਿਆ। ਮੰਨ ਲਓ ਇੱਕ ਘਰ ਦੇ ਵਿੱਚ ਵਧੀਆ ਪਵਿੱਤਰ ਆਤਮਾ ਬਣ ਗਈ, ਸਾਰਾ ਮੰਨਣ ਵਾਲਾ ਨਾਮ ਵਾਲਾ ਵਧੀਆ ਜੀਵਨ ਵਾਲਾ ਬਣ ਗਿਆ, ਫਿਰ ਉਹਦਾ ਪਰਿਵਾਰ ਵੀ ਉਧਰ ਵੀ ਅੱਗੇ ਦੇ ਅੱਗੇ ਫਿਰ ਇਹ ਸੁਧਾਰ ਹੋਣਾ ਇੱਕ ਕੁਦਰਤੀ ਹੋਈ ਆ। ਉਹਦਾ ਜੀਵਨ ਦੇਖ ਕੇ ਫਿਰ ਅੱਗੇ ਦੇ ਅੱਗੇ ਪਰਿਵਾਰ ਦੇ ਵਿੱਚ ਵੀ ਸੁਧਾਰ ਹੁੰਦਾ ਜਾਂਦਾ, ਫਿਰ ਉਹਦੇ ਨਾਲ ਜਿਹੜੇ ਹੋਰ ਜੁੜਦੇ ਆ, ਇਸ ਤਰ੍ਹਾਂ ਇਹ ਸੰਗਤ ਬਣਦੀ ਜਾਂਦੀ ਹੈ ਤੇ ਇਹ ਜਿਹੜਾ ਹੈ ਪਰਮਾਤਮਾ ਨੂੰ ਮੰਨਣ ਵਾਲਿਆਂ ਦਾ ਇਹ ਕਾਫਲਾ ਵੱਧਦਾ ਜਾਂਦਾ, ਸੁਧਾਰ ਹੁੰਦਾ ਜਾਂਦਾ। ਮੰਨੈ ਤਰੈ ਤਾਰੇ ਗੁਰ ਸਿੱਖ, ਨਾਮ ਮੰਨਣ ਵਾਲਾ ਪਹਿਲਾਂ ਆਪ ਤਰੈ, ਆਪ ਤਰਿਆ ਹੋਵੇ, ਸਮਝਾਉਣ ਵਾਲਾ ਵੀ ਉਹ ਤੇ ਉੱਤੇ ਚੱਲਣ ਵਾਲਾ ਹੋਵੇ। ਮੰਨੈ ਤਰੈ, ਤਰਿਆ ਹੋਇਆਂ ਦੀ ਬਾਣੀ ਹੈ ਇਹ। ਤਾਰੇ ਗੁਰ ਸਿੱਖ, ਇਹ ਗੁਰੂ ਦੀ ਬਾਣੀ ਜਿਹਨੇ ਵੀ ਸਿੱਖਿਆ ਲੈ ਲਈ ਉਹ ਸਿੱਖ ਤਰ ਜਾਣਗੇ।
ਮੰਨੈ ਨਾਨਕ ਪਵੈ ਨ ਭਿਖ। ਮੰਨਣ ਵਾਲਿਆਂ ਨੂੰ ਗੁਰੂ ਨਾਨਕ ਬਾਬਾ ਜੀ ਸਮਝਾ ਰਹੇ ਹਨ, ਭਿੱਖਿਆ ਮੰਗਤੇ ਨਹੀਂ ਆ, ਰਾਜਿਆਂ ਵਾਲੀ ਅਵਸਥਾ ਪ੍ਰਾਪਤ ਹੋ ਜਾਵੇਗੀ। ਜਦੋਂ ਅਕਾਲ ਪੁਰਖ ਦੇ ਪੁੱਤਰ ਬਣ ਗਏ ਨਾ, ਫਿਰ ਕਿਸੇ ਭਿਖਾਰੀ ਬਿਰਤੀ ਹੈ ਇਹ ਖਤਮ ਹੋ ਜਾਵੇਗੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਭਾਈ ਪ੍ਰਮਾਤਮਾ ਦਾ ਨਾਮ ਨਿਰੰਜਨ, ਅੰਜਨ ਮਾਇਆ ਤੋਂ ਰਹਿਤ ਕਰ ਦਿੰਦਾ। ਬਸ ਕੋਈ ਸੁਣ ਕੇ ਮੰਨ ਲਵੇ, ਉਹ ਮਨ ਸ੍ਰੇਸ਼ਟ ਬਣ ਜਾਂਦਾ, ਕੋਏ ਬਣ ਜਾਂਦਾ। ਹੁਣ ਇੱਥੇ ਤੱਕ ਗੱਲ ਚੱਲੀ ਸੀ ਮੰਨਣ ਦੀ। ਮੰਨਣ ਦੀਆਂ ਪੌੜੀਆਂ ਜਿਹੜੀਆਂ ਪਹਿਲਾਂ ਸੁਣਨਾ, ਸੁਣ ਕੇ ਫਿਰ ਮੰਨਣਾ। ਹੁਣ ਗੱਲ ਚੱਲੀ ਸੀ ਕੋਏ ਬਣਨ ਦੀ। ਹੁਣ ਕੋਏ ਕਿਵੇਂ ਬਣਦਾ, ਪੰਚ ਕਿਵੇਂ ਬਣਦਾ, ਕਿਵੇਂ ਪ੍ਰਧਾਨਗੀ ਉਹਦੀ ਦਰਗਾਹ ਦੇ ਵਿੱਚ ਮਨੁੱਖ ਨੂੰ, ਜੀਵ ਨੂੰ ਪ੍ਰਾਪਤ ਹੁੰਦੀ ਹੈ, ਗੁਰੂ ਬਾਬਾ ਜੀ ਉਹ ਸਮਝਾ ਰਹੇ ਹਨ। ਪੰਚ ਪ੍ਰਮਾਣ ਪੰਚ ਪ੍ਰਦਾਨ। ਉਹ ਭਾਈ ਜਿਹੜਾ ਨਾਮ ਸੁਣ ਕੇ ਮੰਨ ਲੈਂਦਾ ਹੈ, ਆਪਣੇ ਆਪ ਨੂੰ ਸਵਾਰ ਲੈਂਦਾ ਹੈ। ਫਰੀਦਾ ਆਪ ਸਵਾਰ ਹੈ, ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ। ਆਤਮਿਕ ਸੁਖ ਦੀ ਪ੍ਰਾਪਤੀ ਕਰ ਲੈਂਦਾ, ਉਹ ਸ੍ਰੇਸ਼ਟ ਬਣ ਜਾਂਦਾ, ਉਹ ਪੰਚ ਬਣ ਜਾਂਦਾ। ਜਿਵੇਂ ਕਹਿ ਲਈਏ ਆਪਾਂ ਨਗਰ ਦੇ ਵਿੱਚੋਂ ਪੰਚ ਚੁਣ ਲੈਂਦੇ ਆ, ਉਹ ਆਮ ਲੋਕਾਂ ਤੋਂ ਉੱਚਾ ਹੋ ਜਾਂਦਾ। ਪੰਚ ਪ੍ਰਵਾਨ ਪੰਚ ਪ੍ਰਧਾਨ, ਉਹ ਪੰਚ ਬਣ ਜਾਂਦਾ, ਉਹ ਪ੍ਰਧਾਨ ਬਣ ਜਾਂਦਾ। ਪ੍ਰਧਾਨ ਵਾਲੀ ਡਿਗਰੀ ਉਸ ਮਨ ਨੂੰ ਪ੍ਰਾਪਤ ਹੋ ਜਾਂਦੀ ਹੈ। ਪੰਚੇ ਪਾਵਹਿ ਦਰਗਹਿ ਮਾਨ। ਐਸੇ ਪੰਚ ਬਣੇ ਹੋਏ ਮਨ, ਸਵਰੇ ਹੋਏ ਮਨ ਪਰਮਾਤਮਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਦੇ ਹਨ। ਪੰਚੇ ਸੋਹੈ ਦਰ ਰਾਜਾਨ। ਉਹ ਸੂੰਹਦੇ ਆ, ਉਹ ਦਰ 'ਤੇ ਚਲੇ ਜਾਂਦੇ ਆ, ਉਹ ਰਾਜਿਆਂ ਦੇ ਰਾਜੇ, ਰਾਜਾਨ ਰਾਜ, ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਆ। ਉਹ ਆਪਣੇ ਆਪ ਨੂੰ ਆਤਮਿਕ ਅਵਸਥਾ ਉੱਚੀ ਕਰ ਲੈਂਦੇ ਆ। ਪੰਚਾਂ ਕਾ ਗੁਰ ਏਕ ਧਿਆਨ। ਐਸੇ ਜਿਹੜੇ ਪੰਚ ਬਣ ਜਾਂਦੇ ਆ, ਉਹਨਾਂ ਦਾ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਉਹ ਗਿਆਨ ਲੈਂਦੇ ਆ, ਗੁਰੂ ਦੇ ਨਾਲ ਜੁੜਦੇ ਆ। ਏਕ ਧਿਆਨ, ਕੱਕੇ ਨੂੰ ਔਂਕੜ ਲੱਗਿਆ ਹੋਇਆ, ਇੱਕ ਓੰਕਾਰ ਦੇ ਨਾਲ ਧਿਆਨ ਜੁੜ ਜਾਂਦਾ। ਭਾਵ ਸੁਰਤੀ ਉੱਚੀ ਹੁੰਦੀ ਛੋਟੀਆਂ ਗੱਲਾਂ ਤੋਂ ਉੱਪਰ ਹੁੰਦੇ ਉਹ ਅਕਾਲ ਪੁਰਖ ਪਰਮਾਤਮਾ ਨਾਲ ਜੁੜ ਜਾਂਦੇ ਹਨ ਜੀ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਵਿਸ਼ੁਮਾਰ। ਉਹ ਪੰਚਾਂ ਦਾ ਇੱਕ ਦੇ ਨਾਲ ਧਿਆਨ ਜੁੜ ਜਾਂਦਾ। ਜੇ ਕੋ ਕਹਿ ਕਰੈ ਵਿਚਾਰ, ਪੰਚ ਬਣਨਾ ਕਿਵੇਂ, ਇਹਦੇ ਵਿੱਚ ਜੁਗਤੀ ਹੈ। ਜੇ ਕੋ ਕਹਿ, ਜਿਹੜੇ ਬੈਠ ਕੇ ਕਹਿੰਦੇ ਆ, ਸੁਣਦੇ ਆ, ਉਹਦੀਆਂ ਵਡਿਆਈਆਂ ਨੂੰ ਵਿਚਾਰ ਕਰਦੇ ਆ, ਗੁਰਬਾਣੀ ਦੀ ਵਿਚਾਰ ਕਰਦੇ ਆ, ਉਹ ਹੌਲੀ ਹੌਲੀ ਉੱਚੇ ਹੁੰਦੇ ਜਾਂਦੇ ਆ। ਕਰਤੇ ਕਹਿ ਕਰਨਾ ਨਾਹੀ ਸ਼ੁਮਾਰ। ਸ਼ੁਮਾਰ ਹੁੰਦਾ ਗਿਣਤੀ। ਉਹ ਕਰਤੇ ਪਰਮਾਤਮਾ ਵਾਹਿਗੁਰੂ ਦੇ ਕੰਮਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹ ਗਿਣਤੀਆਂ ਮਿਣਤੀਆਂ ਤੋਂ ਪਰੇ ਆ। ਜਦੋਂ ਪੰਚ ਦੀ ਅਵਸਥਾ 'ਤੇ ਚੱਲਿਆ ਜਾਂਦਾ, ਜਦੋਂ ਮਨੁੱਖ ਸੁਰਤ ਦੇ ਵਿੱਚ ਉੱਚਾ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ, ਉਹ ਆਪਣੇ ਆਪ ਨੂੰ ਸਮਰਪਣ ਕਰ ਦਿੰਦਾ। ਉਹ ਕਹਿੰਦਾ ਵੀ ਨਹੀਂ, ਹੁਣ ਗਿਣਤੀਆਂ ਮਿਣਤੀਆਂ ਤੋਂ ਪਰੇ ਦੀ ਗੱਲ ਆ। ਹੁਣ ਤਾਂ ਸਵਾਸ ਵੀ ਨਹੀਂ ਉਹਦੀ ਮਰਜ਼ੀ ਤੋਂ ਬਿਨਾਂ ਆ ਸਕਦਾ। ਹੁਣ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਉਹ ਬੁੱਕਲ ਦੇ ਵਿੱਚ ਬਿਠਾ ਕੇ ਸਵਾਸ ਦੇ ਰਿਹਾ ਹੋਵੇ। ਇੰਨੀ ਅਵਸਥਾ ਉੱਚੀ ਚਲੀ ਜਾਂਦੀ ਹੈ। ਧੌਲ ਧਰਮ ਦਇਆ ਕਾ ਪੂਤ। ਫਿਰ ਉਹ ਸਮਝ ਲੈਂਦੇ ਆ, ਜਿਵੇਂ ਧੌਲ ਨੂੰ ਵੀ ਅਸਲ ਧੌਲ ਧਰਮ, ਅਸਲ ਜਿਹੜੀ ਧਰਤੀ ਹੈ, ਸਾਡੇ ਮਨ ਰੂਪੀ ਧਰਤੀ, ਸਾਡੇ ਅੰਦਰਲੀ ਧਰਤੀ, ਸਾਡੇ ਅੰਦਰ ਦੀ ਗੱਲ ਚੱਲ ਰਹੀ ਹੈ ਨਾ, ਮਨ ਦੀ ਗੱਲ ਚੱਲ ਰਹੀ ਹੈ। ਹੁਣ ਮਨ ਨੇ ਧਰਮੀ ਬਣਨਾ। ਅਸਲੀ ਧਰਮੀ ਕੀ ਬਣਨਾ? ਦਇਆ ਵਾਲਾ ਬਣਨਾ। ਅਸਲ ਧੌਲ ਕੀ ਹੈ? ਜਿਹਦੇ ਸਿਰ 'ਤੇ ਆਪਾਂ ਕਹਿੰਦੇ, ਪਹਿਲਾਂ ਕਿਹਾ ਜਾਂਦਾ ਸੀ ਨਾ, ਜਾਂ ਆਪਾਂ ਕਹਿ ਲਈਏ ਵੀ ਹਿੰਦੂ ਵੀਰਾਂ ਦੇ ਮੰਨਣ ਦੀ ਗੱਲ ਆਉਂਦੀ ਆ ਕਿ ਵੀ ਧਰਤੀ ਬਲਦ ਦੇ ਸਿੰਘਾਂ 'ਤੇ ਖੜੀ ਆ। ਪੁਰਾਣੀਆਂ ਗੱਲਾਂ ਗੁਰੂ ਬਾਬਾ ਜੀ ਸਮਝਾ ਰਹੇ ਹਨ। ਉਹ ਧੌਲ ਧਰਮ, ਅਸਲ ਅੰਦਰਲਾ ਕੀ ਹੈ? ਧਰਤੀ ਖੜੀ ਜ਼ਰੂਰ ਆ, ਉਹ ਧੌਲ ਕਾਹਦਾ? ਉਹ ਧਰਮ ਦਾ। ਦਇਆ ਕਾ ਪੂਤ, ਉਹ ਦਇਆ ਦੇ ਵਿੱਚੋਂ ਨਿਕਲਦਾ। ਜਦੋਂ ਨਾਮ ਸੁਣਾਂਗੇ, ਸਾਡੇ ਅੰਦਰ ਜਦੋਂ ਗੁਰਬਾਣੀ ਨੂੰ ਸੁਣਾਂਗੇ, ਜਦੋਂ ਅਸੀਂ ਸਮਝਾਂਗੇ ਆਪਣੇ ਆਪ ਨੂੰ ਕਿ ਬੜੇ ਕੀਮਤੀ ਸਵਾਸ ਆ, ਸਾਡਾ ਬੜਾ ਕੀਮਤੀ ਜੀਵਨ ਆ, ਫਿਰ ਸਾਡੇ ਅੰਦਰ ਦਇਆ ਪੈਦਾ ਹੋਵੇਗੀ। ਦਇਆ ਦੇ ਵਿੱਚੋਂ ਫਿਰ ਧਰਮ ਪੈਦਾ ਹੋਵੇਗਾ। ਸੰਤੋਖ ਥਾਪ ਰੱਖਿਆ ਜਿਨ ਸੂਤ, ਫਿਰ ਅੰਦਰੋਂ ਹੀ ਸੰਤੋਖੀ ਹੋਵੇਗਾ ਮਨ। ਇਹ ਸਾਰਾ ਕੁਝ ਥਾਪ ਰੱਖਿਆ ਜਿਨ ਸੂਤ, ਉਹ ਸਾਰਾ ਕੁਝ ਸੂਤਰ ਦੇ ਵਿੱਚ ਹੋ ਜਾਵੇ।
ਜਾਵੇਗਾ। ਜਿਹੜਾ ਵਿਗੜਿਆ ਤਿਗੜਿਆ ਫਿਰਦਾ, ਅਗੜ ਤੁਗੜਾ ਅੰਦਰੋਂ ਮਨ ਹੋਇਆ ਫਿਰਦਾ, ਉਹ ਸੂਤ ਆ ਜਾਵੇਗਾ। ਜੇ ਕੋ ਬੁੱਝੈ ਹੋਵੇ ਸਚਿਆਰ, ਜੇ ਕੋਈ ਬੁੱਝ ਲਵੇ ਇਸ ਗੱਲ ਨੂੰ, ਸਚਿਆਰ ਹੋਣ ਦੀ ਗੱਲ ਸ਼ੁਰੂ ਹੋਈ ਸੀ ਨਾ, ਜੇ ਕੋ ਬੁੱਝੈ, ਜੇ ਇਹ ਅਸਲ ਆਤਮਿਕ ਗਿਆਨ ਨੂੰ ਬੁੱਝ ਲਵੇ, ਆਪਣੇ ਆਪ ਨੂੰ ਜਾਣ ਲਵੇ, ਤਾਂ ਮਨੁੱਖ ਸਚਿਆਰ ਹੋ ਸਕਦਾ। ਕਿ ਆਪਣੇ ਆਪ ਦੀ ਸੋਝੀ, ਬੰਦੇ ਨੂੰ ਆਪਣੇ ਆਪ ਦਾ ਤਾਂ ਪਤਾ ਹੀ ਹੁੰਦਾ ਵੀ ਮੇਰੇ ਅੰਦਰ ਕੀ ਹੈ, ਬਸ ਮੰਨਣ ਦੀ ਗੱਲ ਹੁੰਦੀ ਹੈ, ਮੰਨਦਾ ਨਹੀਂ। ਜੇ ਬੰਦਾ ਮੰਨ ਲਵੇ ਨਾ ਤਾਂ ਫਿਰ ਸਚਿਆਰ ਹੋਣਾ ਸ਼ੁਰੂ ਹੋ ਸਕਦਾ। ਤਬਲੇ ਉੱਪਰ ਕੀਤਾ ਭਾਰ, ਤੇ ਧਰਤੀ ਦੇ ਉੱਪਰ ਕਿੰਨਾ ਭਾਰ ਆ, ਕਿਹੜੇ ਧਰਮ ਦੇ ਉੱਪਰ, ਕਿਹੜੇ ਅਸੂਲਾਂ ਦੇ ਉੱਪਰ ਖੜੀ ਆ ਉਹ ਪ੍ਰਮਾਤਮਾ ਵਾਹਿਗੁਰੂ, ਅਕਾਲ ਪੁਰਖ ਵਾਹਿਗੁਰੂ ਦੇ ਕਿੰਨੇ ਅਸੂਲ ਆ, ਘੁੰਮੀ ਜਾਂਦੀ ਆ। ਹੁਣ ਅੱਜ ਕੱਲ੍ਹ ਸਾਇੰਸ ਕਹੀ ਜਾਂਦੀ ਆ, ਕਦੇ ਕਦੇ ਤਾਂ ਸੋਚ ਕੇ ਵੀ ਐਂ ਹੈਰਾਨ ਹੋਈ ਜਾਂਦਾ ਵੀ ਯਾਰ ਆਪਾਂ ਘੁੰਮੀ ਹੋਈ ਜਾਂਦੇ ਆ, ਐਂ ਗੋਲਾ ਧਰਤੀ ਇਹ ਤਾਂ ਠਾਂ ਕਿਵੇਂ ਤੁਰੀ ਜਾਂਦੀ ਆ, ਆਪਾਂ ਘਰ ਨਹੀਂ ਹਿਲਦੇ। ਇਹੋ ਜਿਹੀਆਂ ਗੱਲਾਂ ਬਹੁਤ ਸਵਾਦ ਵੀ ਬੜਾ ਆਉਂਦਾ ਵੀ ਕਿਵੇਂ ਖਬਰ ਉੱਡੇ ਹੀ ਫਿਰਦੇ ਆ, ਕਿਵੇਂ ਆਏ ਵੀ ਕੀ ਕੁਝ ਆ ਪ੍ਰਮਾਤਮਾ ਵਾਹਿਗੁਰੂ ਨੇ ਕੀਤਾ, ਕਿੰਨਾ ਭਾਰ ਆ, ਸਾਰਾ ਕੁਝ ਇਹ ਪਤਾ ਨਹੀਂ ਅਕਾਲ ਪੁਰਖ ਵਾਹਿਗੁਰੂ ਦਾ ਕਿੱਥੇ ਤੱਕ ਪਸਾਰਾ। ਧਰਤੀ ਹੋਰ ਪਰੈ ਹੋਰ ਹੋਰ, ਜੇ ਭਾਈ ਪਹਿਲਾਂ ਕਿਹਾ ਜਾਂਦਾ ਸੀ ਕਿ ਬਲਦ ਦੇ ਸਿੰਗਾਂ ਉੱਪਰ ਖੜੀ ਆ, ਫਿਰ ਉਹ ਬਲਦ ਖੜਾ, ਫਿਰ ਧਰਤੀ ਬਲਦ, ਧਰਤੀ ਬਲਦ, ਦੇ ਮੁੱਕਦਾ ਹੀ ਨਹੀਂ ਕੰਮ। ਧਰਤੀ ਹੋਰ ਪਰੈ ਹੋਰ ਹੋਰ ਤੇ ਹੋਰ ਆ, ਤਿਸ ਤੇ ਭਾਰ ਤਲੈ ਕਵਣ ਜੋਰ, ਉਹ ਕਿਹੜੇ ਭਾਰ ਤੇ ਖੜੀ ਹੈ, ਅਖੀਰ ਤੇ ਕੀ ਕਰਾਂਗੇ ਇਹਦੀ ਸਮਝੋ ਬਾਹਰ ਦੀਆਂ ਗੱਲਾਂ। ਜੀ ਜਾਤ ਨੰਗਾ ਕੇ ਨਾਬ, ਸਭਨਾ ਲਿਖਿਆ ਬੁੜੀ ਕਲਾਮ। ਇਹ ਧਰਤੀ ਦੇ ਉੱਪਰ ਜੀ ਜੰਤ ਪੈਦਾ ਕੀਤੇ ਪ੍ਰਮਾਤਮਾ ਵਾਹਿਗੁਰੂ ਨੇ, ਕੀ ਉਹਦੇ ਰੰਗ ਆ, ਕੀ ਨਾਮ ਆ, ਪਤਾ ਹੀ ਨਹੀਂ ਲੱਗ ਸਕਦਾ। ਸਭਨਾ ਲਿਖਿਆ ਬੁੜੀ ਕਲਾਮ, ਤੇ ਸਾਰਿਆਂ ਦੇ ਉੱਪਰ ਕਿਸਮਤ ਦੀ ਰੇਖਾ ਲਿਖੀ ਹੋਈ ਆ। ਭਾਵ ਕਿ ਹੁਣ ਕਿਸੇ ਦੀ ਆਪਣੀ ਜਾਤੀ ਦੀ ਉਮਰ ਕਿੰਨੀ ਆ, ਕਿਸੇ ਦੀ ਹੁਣ ਸੱਪ ਵਰਗੇ ਆ, ਕਹਿੰਦੇ 100-100 ਸਾਲ ਆ ਉਮਰ, ਤੇ ਕਿਸੇ ਹੁਣ ਤਿਤਲੀਆਂ ਮਾ ਥੋੜੇ ਜਿਹੇ ਦਿਨ ਆ। ਇਹ ਕੀ ਕੁਦਰਤ ਦਾ ਕੀ ਖੇਲ ਆ, ਕੀ ਭਾਣਾ, ਕਿਸ ਤਰ੍ਹਾਂ ਧਰਤੀ ਤੁਰੀ ਫਿਰਦੀ ਆ, ਇਹਨੂੰ ਸਮਝਿਆ ਨਹੀਂ ਜਾ ਸਕਦਾ, ਬਸ ਆਨੰਦ ਮਾਣਿਆ ਜਾ ਸਕਦਾ। ਕਿਵੇਂ ਐਂ ਵੀ ਹੈ ਨਹੀਂ ਗਾ ਵੀ ਭਾਵੇਂ ਧਰਤੀ ਦੇ ਥੱਲੇ 10 ਫੁੱਟ ਗੰਡੋਆ, ਵੀ ਐਂ ਵੀ ਨਹੀਂ ਵੀ ਮਰਨਾ ਹੀ ਨਹੀਂ ਉਹਨੇ, ਉਹਦੀ ਅੰਦਰ ਹੀ ਮਰੀ ਜਾਣਾ, ਅੰਦਰ ਹੀ ਜੰਮੀ ਜਾਣਾ, ਪਤਾ ਹੀ ਨਹੀਂ ਧਰਤੀ ਦੇ ਵਿੱਚ ਕੀ ਖੇਲ ਨੂੰ ਸਮਝ ਸਕਦੇ ਆ ਆਪਾਂ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਇਹ ਲੇਖ ਜਿਹੜੇ ਲਿਖੇ ਹੋਏ ਆ ਨਾ, ਜਿਹੜੇ ਆਪਾਂ ਕਹਿੰਦੇ ਜਾਣਾ ਕੋਏ, ਇਹਨਾਂ ਦੇ ਅੰਦਰਲੀਆਂ ਗੱਲਾਂ ਨੂੰ ਕੋਏ ਕੋਏ ਜਾਣ ਸਕਦਾ। ਆਤਮਿਕ ਗਿਆਨੀ ਹੋ ਕੇ, ਬ੍ਰਹਮ ਦਾ ਗਿਆਨ ਪ੍ਰਾਪਤ ਕਰਕੇ, ਇਹ ਜਿਹੜਾ ਹੈ ਇਹ ਸਾਰੇ ਅੰਦਰ ਦੀਆਂ ਗੱਲਾਂ ਨੂੰ, ਲੇਖੇ ਨੂੰ ਕਿ ਕੀ ਹੁੰਦਾ, ਕਿਵੇਂ ਬਣਦਾ, ਕਿਵੇਂ ਪਾੜਿਆ ਜਾ ਸਕਦਾ। ਲੇਖਾ ਲਿਖਿਆ ਕੀਤਾ ਹੋਏ, ਕਿੰਨਾ ਹੋ ਸਕਦਾ ਲੇਖਾ ਲਿਖਿਆ, ਕੋਈ ਸਮਝਿਆ ਨਹੀਂ ਜਾ ਸਕਦਾ, ਮਨੁੱਖ ਦੀ ਬੁੱਧੀ ਤੋਂ ਪਰੇ ਹੈ। ਕੀਤਾ ਤਾਣ ਸਲਾਇਓ ਰੂਪ, ਕਿੰਨੀ ਉਹਦੇ ਵਾਸਤੇ, ਉਹਨੂੰ ਸਲਾਉਣ ਨੂੰ, ਰੂਪ ਦੇ ਕਿੰਨੇ ਰੰਗ ਰੂਪ ਪ੍ਰਮਾਤਮਾ ਵਾਹਿਗੁਰੂ ਦੇ, ਕੁਛ ਨਹੀਂ ਸਮਝਿਆ ਜਾ ਸਕਦਾ, ਬਸ ਆਨੰਦ ਮਾਣਿਆ ਜਾ ਸਕਦਾ ਹੈ। ਕੀਤੀ ਦਾਤ ਜਾਣੈ ਕੌਣ ਕੂਤ, ਕਿੰਨੀਆਂ ਦਾਤਾਂ ਉਹ ਵਾਹਿਗੁਰੂ ਦੀਆਂ, ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ, ਕੌਣ ਗਿਣਤੀ ਕਰ ਸਕਦਾ, ਨਹੀਂ ਗਿਣਤੀਆਂ ਮਿਣਤੀਆਂ ਤੋਂ ਪਰੇ ਦੀਆਂ ਗੱਲਾਂ। ਕੀਤਾ ਪਸਾਓ ਏਕੋ ਕਬਾਓ, ਕਿੰਨਾ ਪਸਾਰਾ, ਇੱਕ ਆਵਾਜ਼ ਤੋਂ ਉਹਦੀ ਤੋਂ ਸਾਰਾ ਕੁਝ, ਸਾਰਾ ਫੈਲਾ ਹੋ ਗਿਆ, ਪ੍ਰਗਟ ਹੋ ਗਿਆ। ਤਿਸ ਤੇ ਹੋਏ ਲੱਖ ਦਰਿਆਓ, ਉਹ ਅਕਾਲ ਪੁਰਖ ਪਰਮਾਤਮਾ ਦੀ ਇੱਕ ਆਵਾਜ਼ ਦੇ ਨਾਲ ਹੀ ਲੱਖਾਂ ਦਰਿਆ, ਸਾਰਾ ਕੁਝ ਜੀਵਨ ਆ ਜਿਹੜਾ ਚੱਲ ਪਿਆ। ਕੁਦਰਤ ਕਵਣ ਕਹਾਂ ਵਿਚਾਰ, ਉਹਦੀ ਕੁਦਰਤ ਦੇ ਵਿੱਚੋਂ ਕਿੱਥੇ ਵਿਚਾਰ ਕੀਤੀ ਜਾ ਸਕਦੀ ਆ, ਕਿੱਥੇ ਸਾਰੀ ਗੱਲ ਪੂਰੀ ਕੀਤੀ ਜਾ ਸਕਦੀ ਆ, ਬਸ ਇਹੀ ਕਿਹਾ ਜਾ ਸਕਦਾ। ਬਾਰਿਆ ਨਾ ਜਾਵਾਂ ਏਕ ਬਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਬਸ ਤੇਰੀਆਂ ਦਾਤਾਂ ਦੇਖ ਕੇ, ਤੇਰੇ ਅਚਰਜ ਕੌਤਕ ਦੇਖ ਕੇ, ਤੈਨੂੰ ਨੇੜਿਓਂ ਥੋੜ੍ਹਾ ਬਹੁਤਾ ਜਾਣ ਕੇ, ਥੋੜ੍ਹਾ ਜਿਹਾ ਜਾਣ ਕੇ ਵੀ
ਮੇਰਾ ਤਾਂ ਸਿਰ ਚੁਕਰਾ ਜਾਂਦਾ। ਸਾਡਾ ਤਾਂ ਗੁਰੂ ਬਾਬਾ ਜੀ ਸੱਚੇ ਪਾਤਸ਼ਾਹ ਜੀ ਬਸ ਇੰਨਾ ਹੀ ਕਹਿ ਸਕਦੇ ਹਾਂ, ਹੇ ਅਕਾਲ ਪੁਰਖ, ਹੇ ਪਰਮਾਤਮਾ, ਹੇ ਵਾਹਿਗੁਰੂ, ਹੇ ਸੁਪਰੀਮ ਪਾਵਰ, ਸਾਰੀਆਂ ਧਰਤੀਆਂ ਖੰਡਾਂ ਬ੍ਰਹਿਮੰਡਾਂ ਨੂੰ ਚਲਾਉਣ ਵਾਲੇ, ਤੇਰੀ ਕੁਦਰਤ ਦਾ, ਤੇਰਾ ਅਸੀਂ ਅੰਤ ਨਹੀਂ ਪਾ ਸਕਦੇ, ਜਾਣ ਨਹੀਂ ਸਕਦੇ। ਬਸ ਅਸੀਂ ਤਾਂ ਡਿੱਗ ਕੇ ਇਹੀ ਕਹਿੰਦੇ ਆ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਹੜਾ ਤੈਨੂੰ ਭਾਉਂਦਾ ਉਹੀ ਹੋਣਾ। ਬਸ ਅਸੀਂ ਤਾਂ ਐਵੇਂ ਆਪਦੀਆਂ ਕੁਤਰਬਿੰਦੀਆਂ ਜੀਆਂ ਛੱਡ ਕੇ ਸਿੱਧੇ ਤੇਰੇ ਰਸਤੇ ਤੇ ਚੱਲਣ ਨੂੰ ਤਿਆਰ ਹੋ ਜਾਈਏ। ਜਿਹੜਾ ਤੈਨੂੰ ਭਾਉਂਦਾ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ, ਅਸੀਂ ਤੇਰੇ ਅਸੂਲਾਂ ਨੂੰ, ਤੇਰੇ ਕੰਮਾਂ ਨੂੰ ਬਦਲ ਨਹੀਂ ਸਕਦੇ। ਬਸ ਅਸੀਂ ਤਾਂ ਡਿੱਗ ਸਕਦੇ ਹਾਂ। ਭਲੀ ਕਾਰ ਆ ਸਾਡੇ ਵਾਸਤੇ ਤਾਂ ਜੋ ਹੋ ਰਿਹਾ, ਜੋ ਕਰ ਰਿਹਾ, ਜੋ ਕੀਤਾ ਸੋ ਵਾਹ ਵਾਹ, ਜੋ ਕਰ ਰਿਹਾ ਸੋ ਵਾਹ ਵਾਹ, ਜੋ ਕਰੇਗਾ ਉਹ ਵੀ ਵਾਹ ਵਾਹ। ਬਸ ਇੱਕੋ ਹੀ ਗੱਲ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਤੇਰਾ ਕੋਈ ਆਕਾਰ ਨਹੀਂ। ਤੂੰ ਇਹੋ ਜਿਹੀਆਂ ਧਰਤੀਆਂ, ਇਹੋ ਜਿਹਾ ਪਤਾ ਨਹੀਂ ਕੀ ਕੁਝ ਸਾਡੇ ਵਰਗੇ ਮਨੁੱਖ ਜੀਵ ਬਣਦੇ ਜਾਣੇ ਆ, ਡਿੱਗਦੇ ਜਾਣੇ ਆ, ਟੁੱਟਦੇ ਜਾਣੇ ਆ। ਤੂੰ ਸਦਾ ਵਾਸਤੇ ਹੈ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਜੀ ਸਲਾਮਤ ਹੋ, ਤੁਸੀਂ ਸਦਾ ਵਾਸਤੇ ਹੋ। ਗੁਰੂ ਨਾਨਕ ਬਾਬਾ ਜੀ ਨੇ ਆਪਾਂ ਨੂੰ ਅੱਜ ਇਹ ਸਮਝਾਇਆ। ਸੋ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।